ਸਤਨਾਮ ਵਾਹਿਗੁਰੂ ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। हम अवगुण परे एक गुण नाही, अमृत छाड़ बिखै बिख खाई। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरनाई। तत विचार यह मथुरा, जग तारण को अवतार बनायो। जप्यो जिन अर्जुन देव गुरु, फिर संकट जोन गर्भ ना आयो। सजन सच्चा पातशाह, सिर शाहां दा शाहो। जिस पास बैठिया सोहीए, सबना दा वेसाहो। जिस पास बैठिया सोहीए, सबना दा वेसाहो। सतनाम। श्री वाहिगुरु साहिब जी। सोरठ महला पहला। जिनी सतगुर सेविया प्यारे, तिनके साथ तरे। तिना ठाक ना पाइया प्यारे, अमृत रसन हरे। बूढ़े भारे भै बिना प्यारे, तारे नदर करे। जिनी सतगुर सेविया प्यारे, तिनके साथ तरे। तिना ठाक ना पाइया प्यारे, अमृत रसन हरे। बूढ़े भारे भै बिना प्यारे, तारे नदर करे। पी तू है सलाहना प्यारे, पी तेरी सलाह। विण बोहित पै डुबिया प्यारे, कंदी पाए कहाह। पी तू
ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਆਪ ਜੀ ਹਾਜ਼ਰੀ ਭਰ ਰਹੇ ਹੋ। ਰੋਜ਼ਾਨਾ ਹਜ਼ੂਰ ਦੇ ਇਸ ਪਾਵਨ ਪਵਿੱਤਰ ਅਸਥਾਨ ਤੋਂ ਜੋ ਅੰਮ੍ਰਿਤ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਰੂਪ ਸ਼ਬਦ ਬਖਸ਼ਦੇ ਨੇ, ਉਸ ਦੀ ਵਿਚਾਰ ਆਪ ਜੀ ਨੂੰ ਗੁਰਮੁਖ ਵਿਦਵਾਨ ਸਰਵਣ ਕਰਾਉਂਦੇ ਨੇ। ਅੱਜ ਹਜ਼ੂਰ ਨੇ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਸਮੁੱਚੀ ਮਾਨਵਤਾ ਨੂੰ ਹੁਕਮ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਆਦ ਗੁਰੂ ਜਗਤ ਗੁਰੂ ਸਭ ਤੋਂ ਵੱਡਾ ਸਤਿਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੋਰਠ ਹੈ। ਅਸ਼ਟਪਦੀ ਰੂਪ ਵਿੱਚ ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਕਰ ਸਕੀਏ। ਹਜ਼ੂਰ ਗੁਰੂ ਰਾਮਦਾਸ ਜੀ ਮਹਾਰਾਜ, ਆਪ ਬਖਸ਼ਿਸ਼ ਕਰੋ, ਕਥਨ ਔਰ ਸਰੂਤ ਨੂੰ ਆਪ ਹੀ ਰਸ ਰਹਿਮਤ ਔਰ ਸ਼ਬਦ ਦੀ ਵਿਚਾਰ ਵਿੱਚ ਚੁੱਭੀ ਮਾਰਨ ਦੀ ਦਾਤ ਬਖਸ਼ ਦੇਵੋ। ਦਾਸ ਕਈ ਵਾਰੀ ਬੇਨਤੀ ਕਰਦਾ ਹੈ, ਉਦਮ ਵੀ ਵੈਸੇ ਪਰਮਾਤਮਾ ਦੀ ਕਿਰਪਾ ਨਾਲ ਹੁੰਦਾ ਹੈ। ਇਕੱਲਾ ਇਨਸਾਨ ਦਾ ਉਦਮ ਕੁਛ ਨਹੀਂ ਕਰ ਸਕਦਾ ਜੇ ਉਹ ਆਪਣੀ ਵਿੱਚ ਰਹਿਮਤ ਨਾ ਭਰੇ ਤਾਂ। ਜਿਵੇਂ ਇੱਕ ਬਾਗਬਾਨ ਜਾਂ ਇੱਕ ਮਾਲੀ ਆਪਣੇ ਬਾਗ ਵਿੱਚ ਫਲਦਾਰ ਪੇਡੇ ਲਾ ਸਕਦਾ ਹੈ, ਉਹ ਪਾਣੀ ਪਾ ਸਕਦਾ ਹੈ, ਉਸ ਦੀ ਸੰਭਾਲ ਲਈ ਵਾੜ ਉਹਦੇ ਵਾਸਤੇ ਖਾਦ ਪਾ ਸਕਦਾ ਹੈ, ਪਰ ਮਾਲੀ ਫਲਾਂ ਦੇ ਵਿੱਚ ਰਸ ਆਪ ਨਹੀਂ ਭਰ ਸਕਦਾ। ਉਹਦਾ ਉਦਮ ਗੋਡੀ ਕਰ ਲਏਗਾ, ਪਾਣੀ ਲਾ ਲਏਗਾ, ਬਾਗ ਦੀ ਵਾੜ ਕਰ ਦੇਗਾ, ਪਰ ਕਦੀ ਕਿਸੇ ਮਾਲੀ ਕੋਲ ਸਮਰੱਥਾ ਹੈ ਕਿ ਉਹ ਰਸ ਭਰ ਸਕੇ। ਰਸ ਸੂਰਜ ਨੇ ਭਰਨਾ ਹੈ,
ਅਸੀਂ ਉਦਮ ਕਰ ਸਕਨੇ ਆ, ਪਰ ਕੀਰਤਨ ਕਥਾ ਸੇਵਾ ਵਿੱਚ ਰਸ ਭਰਨ ਵਾਲਾ ਕੇਵਲ ਸਤਿਗੁਰੂ ਹੈ। ਆਓ ਕਰੋ ਕਿਰਪਾ ਸਾਧ ਸੰਗਤ, ਆਪ ਜਿਤਨੇ ਅੱਜ ਹਜ਼ੂਰ ਦੇ ਦਰਬਾਰ ਵਿੱਚ ਆਏ ਹੋ ਜਾਂ ਦੇਸ਼ ਵਿਦੇਸ਼ ਆਪਣੇ ਘਰਾਂ 'ਚ ਬੈਠੇ ਸਰਵਣ ਕਰ ਰਹੇ ਹੋ, ਬਖਸ਼ੋ ਅਸੀਸ, ਕਿਉਂਕਿ ਹੁਕਮਨਾਮਾ ਅਸ਼ਟਪਦੀ ਰੂਪ ਵਿੱਚ ਹੈ ਤੇ ਇਹਦੇ ਅਰਥ ਕਰਨੇ ਬਹੁਤ ਲਾਜ਼ਮੀ ਨੇ। ਤੇ ਦਾਸ ਦੀ ਇੱਛਾ ਵੀ ਰਹਿੰਦੀ ਹੈ ਕਿ ਹੁਕਮਨਾਮੇ ਦੀ ਵਿਚਾਰ ਨੂੰ ਹੀ ਪ੍ਰਧਾਨ ਰੱਖਿਆ ਜਾਏ। ਕਰੋ ਕਿਰਪਾ ਸਾਧ ਸੰਗਤ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਰਾਗ ਸੋਰਠ ਹੈ ਔਰ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ 19 ਰਾਗਾਂ ਦੇ ਵਿੱਚ ਬਾਣੀ ਦਰਜ ਹੈ। ਕੁਝ ਬਾਣੀ ਹਜ਼ੂਰ ਦੀ ਹੈ ਜੋ ਰਾਗ ਮੁਕਤ ਹੈ, ਉਸ ਉੱਪਰ ਕਿਸੇ ਰਾਗ ਦੀ ਬੰਦਿਸ਼ ਨਹੀਂ। ਜਿਵੇਂ ਅਸੀਂ ਜਪਜੀ ਸਾਹਿਬ ਦੀ ਬਾਣੀ, ਸ਼ਲੋਕ ਸੰਸਕ੍ਰਿਤੀ ਵਿੱਚ ਹਜ਼ੂਰ ਦੇ ਸ਼ਲੋਕ ਔਰ ਸ਼ਲੋਕ 12 ਤੇ ਵਧੇਕ, ਉਸ ਤੋਂ ਬਿਨਾ ਹਜ਼ੂਰ ਦੇ ਜਿਤਨੇ ਬਚਨ ਨੇ ਤਕਰੀਬਨ ਉਹ ਸਾਰੇ ਜਿਹੜੇ ਨੇ ਉਹ ਰਾਗਬੱਧ ਨੇ। 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਰਾਗ ਸੋਰਠ ਪਹਿਲੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਜਿਨੀ ਸਤਿਗੁਰ ਸੇਵਿਆ ਪਿਆਰੇ। ਹਜ਼ੂਰ ਆਰੰਭ ਵਿੱਚ ਇਹ ਬਖਸ਼ਿਸ਼ ਕਰਦੇ ਨੇ, ਜਿਨੀ ਸਤਿਗੁਰ ਸੇਵਿਆ ਪਿਆਰੇ। ਇਹਦੇ ਅਰਥ ਕਰਾਂਗੇ, ਹੇ ਪਿਆਰੇ, ਕਿ ਜਿਨ੍ਹਾਂ ਨੇ ਸਮਰੱਥ ਸਤਿਗੁਰੂ ਨੂੰ ਸੇਵਿਆ ਹੈ, ਉਹਦੀ ਸੇਵਾ ਕੀਤੀ, ਉਹਨੂੰ ਯਾਦ ਕੀਤਾ, ਉਹਦਾ ਸਿਮਰਨ ਕੀਤਾ, ਉਸ ਦਾ ਚਿੰਤਨ ਕੀਤਾ। ਸਤਿਗੁਰੂ ਦਾ ਅਰਥ ਹੈ ਸੱਚਾ ਗੁਰੂ। ਜਿਨ੍ਹਾਂ ਸੱਚੇ ਸਤਿਗੁਰੂ ਨੂੰ ਪਿਆਰੇ ਚੇਤੇ ਕੀਤਾ, ਸੇਵਿਆ ਹੈ। ਤਿਨ ਕੇ ਸਾਥ ਤਰੇ। ਤਿਨ ਕੇ ਸਾਥ ਤਰੇ, ਉਹਨਾਂ ਦੇ ਜਿਹੜੇ ਕਾਫਿਲੇ ਨੇ, ਸਾਥ ਦਾ ਅਰਥ ਕਰਾਂਗੇ ਸਮੂਹ ਜਾਂ ਕਾਫਿਲਾ, ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਪਿਆਰੇ, ਉਹਨਾਂ ਦੇ ਕਾਫਿਲੇ, ਉਹਨਾਂ ਦੇ ਸਾਥ ਜਿਹੜੇ ਨੇ ਉਹ ਸਾਰੇ ਤਰ ਗਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਤਿਗੁਰੂ ਸ਼ਬਦ, ਸਤਿਗੁਰ ਸ਼ਬਦ, ਗੁਰੂ ਸ਼ਬਦ, ਗੁਰ ਸ਼ਬਦ ਦੀ ਵਰਤੋਂ ਹਜ਼ੂਰ ਨੇ ਬਹੁਤ ਥਾਵਾਂ ਬਹੁਤ ਵਾਰੀ ਕੀਤੀ ਹੈ। ਉਂਝ ਅਰਥਦਾਸ ਨੇ ਕਰ ਦਿੱਤੇ ਨੇ। ਸਤਿਗੁਰੂ ਦਾ ਅਰਥ ਹੈ ਸੱਚਾ ਗੁਰੂ, ਪਰ ਜੋ ਗੁਰਮਤਿ ਦਾ ਸਾਡਾ ਦਾਇਰਾ ਹੈ, ਅਸਲ 'ਚ ਸਤਿਗੁਰੂ ਅਸੀਂ ਕੇਵਲ ਅਰਥ ਟੀਚਰ ਨਹੀਂ ਕਰਾਂਗੇ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਜੇ ਇਹ ਅਰਥ ਸਿਰਫ ਕਰੀਏ ਕਿ ਜਿਵੇਂ ਮਾਸਟਰ ਹੈ, ਟੀਚਰ ਹੈ, ਅਧਿਆਪਕ ਹੈ, ਪ੍ਰੋਫੈਸਰ ਹੈ, ਕੋਈ ਤਾਲੀਮ ਦੇਣ ਵਾਲਾ ਆਚਾਰੀਆ ਹੈ, ਇਹ ਅਰਥ ਨਹੀਂ ਟੁਕਣਗੇ। ਭਾਵੇਂ ਅਸੀਂ ਆਮ ਤੌਰ ਤੇ ਅਰਥ ਇਹੀ ਕਈ ਵਾਰੀ ਸੁਣਨੇ ਅੰਗਰੇਜ਼ੀ ਵਿੱਚ, ਮਾਸਟਰ ਜਾਂ ਟੀਚਰ ਨਹੀਂ। ਸਤਿਗੁਰੂ ਉਹ ਹੈ ਕਿ ਜਿਹੜਾ ਅਕਾਲ ਪੁਰਖ ਦੇ ਵਿੱਚ ਆਪ ਅਭੇਦ ਹੈ। ਫਿਰ ਇਸ ਬੇਨਤੀ ਨੂੰ, ਆਮ ਟੀਚਰ ਉਸਤਾਦ ਬੜੀ ਵੱਡੀ ਥਾਂ ਉਹਨਾਂ ਦੀ, ਉਹ ਬੋਧਕ ਤਲ ਤੇ ਗਿਆਨ ਦਾ ਭੰਡਾਰਾ ਭਰ ਕੇ ਬੈਠੇ ਆ, ਪਰ ਗੁਰਮੁਖੋ ਸਤਿਗੁਰੂ ਕੇਵਲ ਮਾਸਟਰ ਨਹੀਂ। ਸਤਿਗੁਰੂ ਅਕਾਲ ਪੁਰਖ ਵਿੱਚ ਅਭੇਦ ਹੈ ਤੇ ਸਤਿਗੁਰੂ ਦੇ ਸ਼ਬਦ ਵਿੱਚ ਉਹਦੀ ਨਦਰ ਵਿੱਚ ਇੰਨੀ ਕੁ ਰਹਿਮਤ ਹੈ ਕਿ ਉਹ ਸੁੱਕੇ ਹੋਏ ਅੰਦਰਾਂ ਨੂੰ ਖਰਿਆਂ ਕਰਕੇ
ਨਾਮ ਅੰਮ੍ਰਿਤ ਨਾਲ ਭਰਪੂਰ ਕਰਕੇ ਪਰਮਾਤਮਾ ਨਾਲ ਜੋੜ ਦਿੰਦਾ ਹੈ। ਫਿਰ ਬੇਨਤੀ ਸਤਿਗੁਰੂ, ਉਸ ਵਿੱਚ ਆਪ ਪਰਮੇਸ਼ਵਰ ਵਰਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਸਤਿਗੁਰ ਵਿੱਚ ਆਪ ਰੱਖਿਓਨ ਆਸਾ ਕੀ ਵਾਰ ਪਰ ਆਪਾਂ ਸੁਣੀ ਕੀਤੀ। ਇਹਦਾ ਅਰਥ ਹੋ ਗਿਆ ਸਤਿਗੁਰੂ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਰੱਖਿਆ ਹੈ, ਕੇਵਲ ਮਾਸਟਰ ਨਹੀਂ ਹੋ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਇਸ ਸੰਸਾਰੇ ਵਿੱਚ ਪ੍ਰਗਟ ਕਰ ਦਿੱਤਾ, ਉੱਚੀ ਖੋਕਾ ਦੇ ਦਿੱਤਾ ਕਿ ਸਤਿਗੁਰੂ ਵਿੱਚ ਪਾਰ ਬ੍ਰਹਮ ਆਪ ਵਰਤਦਾ ਹੈ। ਦਾਸ ਨੇ ਇੱਕ ਵਰਜ਼ ਕੀਤੀ ਸੀ ਕਿ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨਾਂ ਨੇ ਇੱਕ ਤੁਕ ਲਿਖੀ ਗੁਰੂ ਨਾਨਕ ਸਾਹਿਬ ਜੀ ਲਈ, ਵੈਸੇ ਤਾਂ ਬੇਅੰਤ ਬਚਨ ਨੇ ਉਹਨਾਂ ਦੇ, ਪਰ ਉਹਦੇ ਵਿੱਚ ਕਹਿੰਦੇ ਆ, ਭਾਈ ਸਾਹਿਬ ਲਿਖਦੇ ਆ ਗੁਰੂ ਨਾਨਕ ਸਾਹਿਬ ਬਾਰੇ, ਸਤਿਗੁਰ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਫਿਰ ਬੇਨਤੀ, ਨਿਰਾਕਾਰ ਨੇ ਜਿਹੜਾ ਆਕਾਰ ਬਣਾਇਆ ਉਹਦਾ ਨਾਮ ਸਤਿਗੁਰੂ ਹੈ। ਫਿਰ ਬੇਨਤੀ, ਸਤਿਗੁਰੂ ਦੇ ਘਰ ਵਿੱਚ ਮਰਜ਼ ਕਰਾਂਗਾ ਸੀ ਜਿੱਥੇ 10 ਪਾਤਸ਼ਾਹਾਂ ਕਹਿੰਦੇ ਉੱਥੇ ਪਹਿਲੇ ਜਾਮੇ ਤੋਂ ਜਿਹੜੀ ਗੁਰੂ ਪਦ ਦੀ ਵਿਆਖਿਆ ਕੀਤੀ ਗਈ ਬਾਣੀ 'ਚ, ਉਸ ਵਿੱਚ ਹਜ਼ੂਰ ਨੇ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਉਹ ਸ਼ਬਦ ਤੇ ਬਾਣੀ ਤੇ ਬਚਨ ਤੇ ਨਾਮ ਤੇ ਦਿੱਤਾ ਹੈ। ਜਿਵੇਂ ਅਸੀਂ ਸਤਿਗੁਰੂ ਦਾ ਬਚਨ ਪੜ੍ਹਨੇ ਤੇ ਮਹਾਰਾਜ ਜਦੋਂ ਪੁੱਛਦੇ ਆ ਸਿੱਧਾਂ ਦੇ, ਚਲੋ ਇਹ ਅਕਸਰ ਸਾਰੇ ਆਪ ਸੁਣਦੇ ਹੋ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਤੇ ਮਹਾਰਾਜ ਕਹਿੰਦੇ ਆ ਸ਼ਬਦ ਗੁਰੂ ਸੁਰ ਤੁਨ ਚੇਲਾ। ਅਸੀਂ ਪਾਠ ਕਰਨੇ ਆ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਜਾਂ ਗੁਰੂ ਰਾਮਦਾਸ ਜੀ ਦੇ ਬਚਨ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਹਾਂ, ਸਤਿਗੁਰੂ ਦੀ ਸ਼ਰਨ ਪੈਣ ਦੀ ਕੋਈ ਜੁਗਤ ਹੈ। ਇਹ ਆਰੰਭ ਚ ਮੈਂ ਅਰਜ਼ ਕਰਦੇ ਆ, ਸਾਡੀ ਤਵਾਰੀਖ ਮੁਤਾਬਕ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਕਿਸੇ ਵੀ ਪ੍ਰਾਣੀ ਨੇ ਉਹਦਾ ਪਿਛੋਕੜ ਕਿਸ ਖਾਨਦਾਨ ਨਾਲ ਹੈ, ਕਿਸ ਬਰਾਦਰੀ ਨਾਲ ਹੈ, ਕਿਸ ਧਰਮ ਨਾਲ ਹੈ, ਕਿਸ ਕਮਿਊਨਿਟੀ ਨਾਲ ਹੈ, ਉਹ ਕਿਹੜੀ ਜਾਤ ਦਾ, ਇਹ ਕੋਈ ਇੱਥੇ ਗੱਲ ਨਹੀਂ ਰੱਖਦੀ। ਉੱਥੇ ਸਿਰਫ ਇੱਕੋ ਵੇ ਕਿ ਮਾਨਵੀ ਜਾਮੇ ਵਿੱਚ ਜਿਸ ਬੰਦੇ ਨੇ ਚਰਨ ਪੌ ਲੈ ਕੇ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ 'ਚ ਧਾਰਨ ਕਰ ਲਿਆ, ਪਿਆਰਿਓ ਸੱਚ ਹੈ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਮੈਂ ਫਿਰ ਇਸ ਬੇਨਤੀ ਨੂੰ ਦੁਹਰਾ ਦੇਣਾ ਕਿ ਉਹਦਾ ਪਿਛੋਕੜ ਕੀ ਹੈ, ਤੇ ਇਸੇ ਕਰਕੇ ਕਿਹਾ ਕਿ ਜਦੋਂ ਗੁਰੂ ਦੇ ਘਰ ਵੀ ਜਨਮ ਹੋ ਗਿਆ, ਪਿਛਲੇ ਕਰਮ, ਪਿਛਲੀ ਜਾਤ, ਪਿਛਲਾ ਸਭ ਕੁਝ ਕਹਿੰਦੇ ਉਹ ਨਾਸ਼। ਇਹਦਾ ਮਤਲਬ ਇਹ ਸੀ ਵੀ ਇਹਦਾ ਕੋਈ ਸੰਬੰਧ ਨਹੀਂ, ਤੇਰਾ ਪਿਛੋਕੜ ਕੀ ਹੈ, ਤੂੰ ਹੁਣ ਕੀ ਹੈ। ਗੁਰੂ ਸਾਹਿਬ ਦੀ ਸਿੱਖਿਆ ਲਈ ਚਰਨ ਪੌਲ ਦਿੱਤੀ ਜਾਂਦੀ ਸੀ। 10ਵੇਂ ਪਿਤਾ ਜੀ ਨੇ ਬਖਸ਼ਿਸ਼ ਕੀਤੀ। ਉਂਝ ਜਪਨ ਨੂੰ ਤਾਂ ਸਾਰੇ ਵਾਹਿਗੁਰੂ ਗੁਰਮੰਤਰ ਜਪੀ ਜਾਓ, ਕੋਈ ਰੋਕ ਥੋੜਾ ਸਕਦਾ। ਪਰ ਮੈਂ ਇੱਕ ਬੇਨਤੀ ਕਰਾਂਗਾ, ਜਿਹੜਾ ਗੁਰਪ੍ਰਸਾਦ ਹੈ, ਗੁਰੂ ਬਖਸ਼ਿਸ਼ ਹੈ, ਇਹਦੀ ਬੜੀ ਵੱਡੀ ਅਹਿਮੀਅਤ ਹੈ। ਇਹ ਕੇਵਲ ਆਪਣੀ ਬੁੱਧੀ ਦੇ ਤਲ ਤੇ ਕਿਤਾਬ ਪੜ੍ਹ ਕੇ ਗਿਆਨ ਹਾਸਲ ਕਰਨ ਵਾਲੀ ਬਾਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹੀ ਜੋਤ ਜਿਹੜੀ ਉਹਨਾਂ ਅੰਦਰ ਵਰਤਦੀ ਸੀ, ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾ ਦਿੱਤੀ, ਤੇ ਜੁਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਨੂੰ 50 ਪਿਆਰਿਆਂ ਨੂੰ ਦੇ ਦਿੱਤੀ। ਅੱਜ ਜਦੋਂ ਸਿੱਖੀ 'ਚ ਗੁਰੂ ਧਾਰਨ ਕੀਤਾ ਜਾਂਦਾ ਹੈ ਤੇ ਇਸ ਦੀ ਰੀਤ ਇਹ ਵੇ, ਇਹ ਵੱਖਰੀ ਬਲ ਕੇ ਮਨਮਤ ਕਰਕੇ ਲੋਕ ਜੋ ਮਰਜ਼ੀ ਅਰਥਾਂ ਦੇ ਅਨਰਥ ਕਰੀ ਜਾਣ। ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ ਆ, ਇਹਦਾ ਮਤਲਬ ਇਹ ਵੇ ਕਿ ਸਤਿਗੁਰੂ ਨੂੰ ਆਪਾ ਸਮਰਪਣ ਕਰਕੇ ਸਤਿਗੁਰੂ ਦੇ ਘਰ ਵਿੱਚ ਜਗਿਆਸੂ ਦਾ ਸਿੱਖ ਦਾ ਜਨਮ ਹੁੰਦਾ। ਮੈਂ ਫਿਰ ਅਰਜ਼ ਕਰਾਂ ਕਿ ਅੰਮ੍ਰਿਤ ਦੀ ਦਾਤ ਤੇ ਸਤਿਗੁਰੂ ਧਾਰਨ ਕਰਨਾ ਹੈ, ਸਤਿਗੁਰੂ ਦੇ ਸ਼ਬਦ ਨੂੰ ਮੰਨਣਾ ਹੈ। ਮੈਂ ਫਿਰ ਉਸ ਵਿਸ਼ੇ ਤੇ ਆਵਾਂ। ਇੱਥੇ ਗੁਰੂ ਜੀ ਨੇ ਕਿਹਾ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਜਿਨ੍ਹਾਂ ਨੇ ਸਤਿਗੁਰੂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸਤਿਗੁਰੂ ਦੇ ਬਚਨ ਮੰਨੇ। ਬਚਨ ਮੰਨਣਾ ਹੀ ਤਾਂ ਸੇਵਣਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਜਿਹੜਾ ਅਸੀਂ ਪੜ੍ਹਨੇ, ਉਹਦੇ ਵਿੱਚ ਪ੍ਰਸ਼ਨ ਉੱਤਰ ਹੈ। ਮਹਾਰਾਜ ਕਹਿੰਦੇ ਆ, ਖੰਭ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਿਰਫ ਪਹਿਲੀ ਬੇਨਤੀ, ਜਿਨ੍ਹਾਂ ਸਤਿਗੁਰੂ ਸੇਵਿਆ, ਸੇਵਨ ਦਾ ਮਤਲਬ ਕੀ? ਹਜ਼ੂਰ ਨੇ ਬਚਨ ਕੀਤਾ, ਪ੍ਰਸ਼ਨ ਹੈ, ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਕਿਵੇਂ ਸਤਿਗੁਰੂ ਦੀ ਦੱਸੀ ਹੋਈ ਮਰਿਆਦਾ ਤੇ ਰਹਿਤ ਤੇ ਉਹਨਾਂ ਦੇ ਦੱਸੀ ਹੋਈ ਸਿੱਖਿਆ ਤੇ ਚੱਲੀਏ। ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ
ਭਾਲੀ। ਸਤਿਗੁਰੂ ਦਇਆ ਕਰੇ, ਸਾਨੂੰ ਆਪਣੇ ਪੱਲੇ ਨਾ ਲਾ ਲੈ। ਅੱਗੇ ਮਹਾਰਾਜ ਕਹਿੰਦੇ ਆ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਇਸ ਤਰ੍ਹਾਂ ਚੱਲੋ ਜੋ ਤੁਸੀਂ ਪੁੱਛ ਰਹੇ ਹੋ ਕਿਵੇਂ ਚੱਲੀਏ। ਸੁਤ ਸਤਿਗੁਰ ਮਹਾਰਾਜ ਕਹਿਣ ਲੱਗੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪਿਆਰਿਓ, ਇੱਥੇ ਗੁਰੂ ਨੂੰ ਸੇਵਨ ਵੀ ਲੱਗਿਆ ਸਭ ਤੋਂ ਪਹਿਲੀ ਸ਼ੁਰੂਆਤ ਇਹ ਵੇ ਕਿ ਜੋ ਗੁਰੂ ਕਹਿੰਦਾ ਹੈ ਤੈਨੂੰ ਸਮਝ ਨਹੀਂ ਪੈ ਰਹੀ, ਤੇਰੇ ਗਿਆਨ ਦੀ ਉਡਾਰੀ ਇੰਨੀ ਨਹੀਂ, ਸਭ ਤੋਂ ਪਹਿਲੀ ਗੱਲ ਇਹ ਵੇ ਕਿ ਸਤ ਬਚਨ ਕਰਨ ਦੀ ਜਾਚ ਸਿੱਖ। ਜੇ ਤੂੰ ਸਤ ਬਚਨ ਕਰਕੇ ਮੰਨੇਗਾ ਤੇ ਗੁਰੂ ਦੀ ਦਸੀ ਮਰਿਆਦਾ ਤੇ ਚੱਲ ਪਏਗਾ। ਮਹਾਰਾਜ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇੱਕ ਹੋਰ ਸਤਿਗੁਰੂ ਦਾ ਬਚਨ ਆਉਂਦਾ ਹੈ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਨੂੰ ਸੇਵਨ ਦਾ ਮਤਲਬ ਗੁਰੂ ਦੀ ਮੱਤ ਲੈਣੀ, ਗੁਰੂ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਲੈਣੀ, ਸਤਿਗੁਰੂ ਦੀ ਦੱਸੀ ਹੋਈ ਰਹਿਤ ਨੂੰ ਜੀਵਨ ਵਿੱਚ ਕਮਾਣਾ, ਤੇ ਕਮਾਉਣ ਲੱਗਿਆਂ ਉਹਨਾਂ ਵੱਲ ਧਿਆਨ ਰੱਖਣਾ ਜਿਹੜੇ ਜ਼ਿੰਦਗੀ ਵਿੱਚ ਕਾਮਯਾਬ ਹੋਏ ਨੇ। ਉਹਨਾਂ ਦੀ ਕਥਾ ਨਾ ਸ਼ੁਰੂ ਕਰ ਬੈਣੀ ਜਿਹੜੇ ਆਪਣੀ ਜ਼ਿੰਦਗੀ ਵਿੱਚ ਫੇਲ ਹੁੰਦੇ ਦੱਸਦੇ ਪਏ। ਇਸ ਗੱਲ ਨੂੰ ਮੈਂ ਫਿਰ ਆਪ ਨੂੰ ਕਹਾਂਗਾ, ਦੇਖੋ ਪਰਮਾਰਥ ਵਿੱਚ ਜਦੋਂ ਵੀ ਅੱਗੇ ਵਧਣਾ, ਆਪਣੇ ਤੋਂ ਉੱਚੇ ਗੁਣਾਂ ਵਾਲੇ ਨੂੰ ਦੇਖ ਕੇ ਜ਼ਿੰਦਗੀ ਜੀ ਜਾਂਦੀ ਹੈ। ਤੇ ਜੇ ਆਪਾਂ ਸਮਝੀਏ ਜਿਹੜੇ ਤਿਲਕ ਗਏ ਡਿੱਗ ਪਏ ਫਲਾਣਾ ਵੀ ਇਸ ਤਰ੍ਹਾਂ ਨਹੀਂ। ਪਿਆਰਿਓ, ਇੱਕ ਬੱਚੇ ਨੂੰ ਸਕੂਲ ਚ ਆਪ ਜੀ ਦਾਖਲ ਕਰਾਉਂਦੇ ਹੋ, ਕਿਹੜਾ ਮਾਂ-ਬਾਪ ਹੈ ਜਿਹੜਾ ਬੱਚੇ ਨੂੰ ਇਹ ਕਹਿੰਦਾ, ਪੁੱਤ ਕੋਈ ਗੱਲ ਨਹੀਂ, ਨਾ ਸਕੂਲ ਜਾ, ਕੋਈ ਲੋੜ ਨਹੀਂ ਪੜ੍ਹਾਈ ਦੀ। ਆਪਣੇ ਗਵਾਂਢੀਆਂ ਦਾ ਬੱਚਾ 3 ਵਾਰੀ ਫੇਲ ਹੋਇਆ ਤਾਂ ਕੀ ਹੋਇਆ? ਯਾਦ ਰੱਖੋ, ਬੱਚੇ ਨੂੰ ਕਦੀ ਫੇਲ ਹੋਇਆਂ ਦੀਆਂ ਉਦਾਹਰਨਾਂ ਨਹੀਂ ਦੇਈਦੀਆਂ। ਬੱਚੇ ਨੂੰ ਹਮੇਸ਼ਾ ਸੰਘਰਸ਼ ਕਰਕੇ ਜ਼ਿੰਦਗੀ ਦੇ ਮੁਕਾਮ ਤੇ ਪਹੁੰਚੇ ਹੋਏ, ਮੈਰਿਟ ਵਿੱਚ ਪਹੁੰਚੇ ਹੋਏ, ਉਹਨਾਂ ਦੀਆਂ ਉਦਾਹਰਨਾਂ ਦਿੰਦੇ ਆ। ਫਲਾਣੇ ਬੱਚੇ ਨੇ ਬੇਟਾ ਗਰੀਬੀ 'ਚ ਇੰਨੀ ਪੜ੍ਹਾਈ ਕੀਤੀ, ਦੇਖਾ ਜੋ ਕਿਸ ਮੁਕਾਮ ਤੇ ਪਹੁੰਚ ਗਿਆ। ਪਿਆਰਿਓ, ਦੁਨਿਆਵੀ ਤਾਲੀਮ ਲਈ ਕਾਮਯਾਬ ਹੋਏ ਲੋਕਾਂ ਦੀਆਂ ਉਦਾਹਰਨਾਂ ਦਿੰਦੇ ਆ, ਤੇ ਜਦੋਂ ਗੁਰੂ ਘਰ ਗੱਲ ਚੱਲਦੀ, ਖਿਮਾ ਕਰਿਓ, ਬਹੁ ਗਿਣਤੀ 'ਚ ਸਾਡੀ ਸੁਰਤੀ ਇੰਨੀਆਂ ਔਗਣਾਂ ਵਿੱਚ ਡਿੱਗ ਪਈ, ਅਸੀਂ ਫੇਲ ਹੋਇਆਂ ਦੀਆਂ ਉਦਾਹਰਨਾਂ ਦੇਈ ਜਾਂਦੇ। ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਜਿਨ੍ਹਾਂ ਨੇ ਸਤਿਗੁਰੂ ਨੂੰ ਮੰਨ ਲਿਆ, ਫਿਰ ਹੋਇਆ ਕੀ ਜੀ? ਸਤਿਗੁਰੂ ਨੂੰ ਸੇਵਣ ਵਾਲੇ ਉਹਨਾਂ ਦੇ ਸਾਥ ਦੇ ਸਾਥ ਪੂਰ ਦੇ ਪੂਰ ਤਰ ਗਏ, ਉਹਨਾਂ ਨੂੰ ਕੋਈ ਰੋਕ ਨਹੀਂ ਸਕਿਆ। ਬਸ ਇੱਕ ਗੁਰੂ ਜੀ ਦਾ ਬਚਨ ਕਹਿ ਕੇ, ਕਿਉਂਕਿ ਲੰਬੇਰਾ ਹੁਕਮ ਅਸ਼ਟਪਦੀ ਰੂਪ ਹੈ। ਮਹਾਰਾਜ ਜੀ ਨੂੰ ਪੁੱਛੀਏ ਸੇਵਣਾ ਕਿਵੇਂ ਹੈ? ਧੰਨ ਗੁਰੂ ਅਰਜਨ ਸਾਹਿਬ ਇੱਕ ਬਚਨ ਕਰਦੇ ਆ, ਸੱਚੇ ਪਾਤਸ਼ਾਹ, ਹਜ਼ੂਰ ਦਾ ਸ਼ਹਾਦਤ ਵਾਲਾ ਦਿਹਾੜਾ ਹੈ, ਪਰਸੋਂ ਆ ਰਿਹਾ ਹੈ, ਤੇ ਅਸੀਂ ਉਹਨਾਂ ਦੀ ਬਾਣੀ ਵਿੱਚੋਂ, ਉਹਨਾਂ ਦੇ ਇਤਿਹਾਸ ਵਿੱਚੋਂ ਵੀ ਕੁਝ ਵਿਚਾਰ ਸਮੇਂ ਅਨੁਸਾਰ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਕਿਵੇਂ ਸੇਵਣਾ ਹੈ? ਤੇ ਹਜ਼ੂਰ ਪਤਾ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਆ, ਇੱਕ ਤਾਂ ਆਪਣੇ ਅੰਤਰ ਆਤਮੇ ਤੋਂ ਗੁਰੂ ਨੂੰ ਚੇਤੇ ਕਰ, ਗੁਰੂ ਨੂੰ ਯਾਦ ਕਰ। ਦੂਜਾ, ਆਪਣੀ ਜ਼ਬਾਨ ਤੇ ਗੁਰੂ ਦੇ ਸ਼ਬਦ ਨੂੰ ਟਿਕਾ ਲੈ। ਮੈਂ ਤੁਕ ਪੜਾਂਗਾ, ਆਪ ਸਭ ਨੂੰ ਚੇਤੇ ਕਰ। ਤੁਰ ਅੰਤਰ ਤੋਂ ਗੁਰੂ ਨੂੰ ਚੇਤੇ ਕਰ, ਆਪਣੀ ਰਸਨਾ ਤੇ ਗੁਰੂ ਨੂੰ ਟਿਕਾ, ਆਪਣੇ ਨੇਤਰਾਂ ਨਾਲ ਗੁਰੂ ਦੇ ਦੀਦਾਰ ਕਰ, ਆਪਣੇ ਕੰਨਾਂ ਨਾਲ ਗੁਰੂ ਦਾ ਸ਼ਬਦ ਸੁਣ। ਜਦੋਂ ਤੇਰਾ ਅੰਦਰ ਗੁਰੂ ਦੀ ਬਾਣੀ ਸ਼ਬਦ 'ਚ ਰੰਗਿਆ ਜਾਏਗਾ, ਸੱਚ ਇਹ ਵੇ ਕਿ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਸਮਰੱਥ ਗੁਰੂ ਤੇਰੀ ਬਣਾ ਦੇਗਾ। ਮਹਾਰਾਜ ਜੀ ਦੇ ਬਚਨ ਨੇ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ। ਜਿਨ੍ਹਾਂ ਨੇ ਸਤਿਗੁਰੂ ਨੂੰ ਚੇਤੇ ਕੀਤਾ, ਅੰਤਰ ਗੁਰ ਆਰਾਧਨਾ ਜੇਵਾ ਸਤ। ਮਹਾਰਾਜ ਕਹਿੰਦੇ ਨੇ, ਜ਼ਬਾਨ ਤੋਂ ਗੁਰੂ ਨੂੰ ਚੇਤੇ ਕਰਨਾ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਛੇਤੀ ਰਤਿਆਂ ਦਰਗਾਹ ਪਾਈਏ ਠਾਉ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਯਾਦ ਕੀਤਾ, ਉਹਨਾਂ ਦੇ ਕਾਫਲੇ ਦੇ ਕਾਫਲੇ, ਉਹਨਾਂ ਦੇ ਪੂਰ ਦੇ ਪੂਰ, ਉਹਨਾਂ ਦੇ ਸਾਥ ਸਤਿਗੁਰੂ ਨੇ ਪਾਰ ਕਰ ਦਿੱਤੇ। ਤਿੰਨਾ ਠਾਕ ਨਾ ਪਾਈਐ ਪਿਆਰੇ। ਹਾਂ, ਐਸੇ ਸਤਿਗੁਰੂ ਨੂੰ ਸੇਵਣ ਵਾਲੇ ਜਿਹੜੇ ਗੁਰਸਿੱਖ ਨੇ, ਜਗਿਆਸੂ ਨੇ, ਉਹਨਾਂ ਦੇ ਰਸਤੇ ਵਿੱਚ ਕੋਈ ਠਾਕ, ਕੋਈ ਰੁਕਾਵਟ ਨਹੀਂ ਪਾ ਸਕਦਾ। ਇਸ ਸੰਸਾਰ ਵਿੱਚ ਜਿਉਂਦੇ ਜੀ ਕੋਈ ਵਕਾਰ, ਕੋਈ ਵਾਸ਼ਨਾ ਉਹਨਾਂ ਦੀ ਸੁਰਤ ਨੂੰ ਰੋਕ ਨਹੀਂ ਸਕਦੀ, ਟੋਕ ਨਹੀਂ ਸਕਦੀ, ਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਉਹਨਾਂ ਦਾ ਰਸਤਾ ਕੋਈ ਨਹੀਂ ਰੋਕ ਸਕਦਾ। ਰੇ ਰੇ ਦਰਗਾਹ ਕਹੇ ਨਾ ਕਹੂ,
ਆਓ ਬੈਠ ਆਦਰ ਸ਼ਬਦੋ, ਉਹਨਾਂ ਦਾ ਕੋਈ ਵੀ ਰਸਤਾ ਰੋਕਣ ਵਾਲਾ ਨਹੀਂ, ਠਾਕ ਪਾਉਣ ਵਾਲਾ ਨਹੀਂ। ਅੰਮ੍ਰਿਤ ਰਸਨ ਹਰੇ। ਫਿਰ ਐਸੇ ਗੁਰਸਿੱਖਾਂ ਦੇ ਜਿਹੜੀ ਰਸਨਾ ਹੈ, ਪਰਮੇਸ਼ਵਰ ਦੇ ਨਾਮ ਨੂੰ ਜਪ ਜਪ ਕੇ ਇੰਨੇ ਕੁ ਰੰਗੇ ਗਏ ਹੋ ਕਿ ਉਹਨਾਂ ਦੀ ਰਸਨਾ ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਵਿੱਚ ਹਰੀ ਹੈ। ਹਰੀ ਦੇ ਨਾਮ 'ਚ ਉਹ ਰਸ ਭਰਪੂਰ ਰਸ ਮਾਣ ਰਹੀ ਹੈ। ਬੂਢੇ ਭਾਰੇ ਭੈ ਬਿਨਾ ਪਿਆਰੇ। ਹੁਣ ਇਹ ਬੇਨਤੀ ਸੁਣੋ, ਬੂਢੇ ਭਾਰੇ ਭੈ ਬਿਨਾ ਪਿਆਰੇ। ਬੂਢੇ ਦਾ ਅਰਥ ਹੁੰਦਾ ਡੁੱਬ ਗਏ, ਜਿਹੜੇ ਭਾਰੇ ਸਨ ਉਹ ਡੁੱਬ ਗਏ ਇਸ ਭਵ ਸਾਗਰ 'ਚ। ਕਿਉਂ ਜੀ? ਉਹਨਾਂ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ, ਪਰਮੇਸ਼ਵਰ ਦੇ ਭੈ ਤੋਂ ਵਿਹੂਣੇ, ਜਿਹੜੇ ਪਰਮਾਤਮਾ ਦੇ ਨਿਰਮਲ ਭੈ 'ਚ ਨਹੀਂ, ਉਹ ਭਾਰੇ ਬੰਦੇ ਜਿਹੜੇ ਨੇ ਪਾਣੀ ਵਿੱਚ ਸਮੁੰਦਰ ਵਿੱਚ ਡੁੱਬ ਗਏ। ਚਲੋ ਆਖਰੀ ਅਰਥ ਇਹ ਹੀ ਨੇ ਕਿ ਭਾਰੇ ਡੁੱਬ ਗਏ ਕਿਉਂਕਿ ਉਹਨਾਂ ਅੰਦਰ ਪਰਮਾਤਮਾ ਦਾ ਭੈ ਨਹੀਂ। ਪਰ ਉਹ ਭਾਰੀ ਕੀ ਚੀਜ਼ ਹੈ? ਕਿਹੜਾ ਭਾਰ ਹੈ ਜਿਹੜਾ ਉਹ ਬੰਦਿਆਂ ਨੂੰ ਡੋਬ ਗਿਆ? ਪਿਆਰਿਓ, ਸੰਸਾਰੀ ਤੌਰ ਤੇ ਵੀ ਦੇਖੀਏ, ਜਿਤਨਾ ਬੰਦਾ ਸਰੀਰਕ ਤੌਰ ਤੇ ਹਲਕਾ ਹੋਵੇਗਾ, ਵੇਟ ਭਾਰ ਘੱਟ ਹੋਵੇਗਾ, ਉਹਨਾਂ ਫੁਰਤੀਲਾ, ਉਹਨਾਂ ਤੇਜ਼ੀ ਨਾਲ ਉਹ ਤਰ ਜਾਏਗਾ। ਤੇ ਜਿੰਨਾ ਉਹਦਾ ਭਾਰ ਜ਼ਿਆਦਾ ਹੋਵੇਗਾ, ਨਾ ਤਾਂ ਚੜ੍ਹਾਈ ਤੇ ਉਚਾਈ ਤੇ ਚੜ ਸਕੇਗਾ ਤੇ ਨਾ ਭਾਰ ਚੁੱਕ ਕੇ ਉਹ ਕਦੀ ਸੱਚ ਏਵੇਂ ਦਰਿਆ ਨੂੰ ਪਾਰ ਕਰ ਸਕੇਗਾ। ਹਲਕਾ ਹੋਣਾ ਤਰਨ ਵਾਸਤੇ ਬਹੁਤ ਜ਼ਰੂਰੀ ਹੈ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਡੁੱਬ ਗਏ ਭਾਰੇ ਬੰਦੇ ਤੇ ਭੈ ਤੋਂ ਬਿਨਾ, ਜਿਨ੍ਹਾਂ ਅੰਦਰ ਪਰਮਾਤਮਾ ਦਾ ਭੈ ਨਹੀਂ। ਹੁਣ ਉਹ ਭਾਰ ਕਿਹੜਾ ਹੈ? ਗੁਰਮੁਖੋ, ਇੱਕ ਭਾਰ ਆ ਬਾਹਰ ਦਾ। ਕਿਸੇ ਨੇ ਪੰਡ ਚੁੱਕ ਲਈ, ਗੱਠ ਚੁੱਕ ਲਈ, ਕੋਈ ਸਮਾਨ ਚੁੱਕ ਲਿਆ, ਆਪਾਂ ਕਹਾਂਗੇ ਇੰਨਾ ਇਹਦਾ ਆਪਣਾ ਭਾਰ ਨਹੀਂ ਜਿੰਨਾ ਭਾਰ ਚੁੱਕੀ ਬੈਠਾ। ਕੁਝ ਭਾਰ ਹੈ ਜਿਹੜਾ ਸਾਡੇ ਅੰਦਰ ਦੀ ਸੁਰਤ ਉੱਤੇ ਪਿਆ ਹੈ। ਕੁਝ ਪੱਥਰ ਐਸੇ ਨੇ ਜਿਹੜੇ ਬਾਹਰ ਦਿਸਦੇ ਨੇ ਤੇ ਜ਼ਿਆਦੇ ਪੱਥਰ ਭਾਰੇ ਪੈ ਜਾਣ ਤੇ ਬੇੜੀ ਡੋਬ ਦਿੰਦੇ ਆ। ਪਿਆਰਿਓ, ਕੁਝ ਪੱਥਰ ਐਸੇ ਨੇ ਜਿਹੜੇ ਸਾਡੀ ਅੰਦਰ ਦੀ ਸੁਰਤ ਵਿੱਚ ਪਏ ਆ। ਗੁਰੂ ਸਾਹਿਬ ਜੀ ਨੇ ਕਿਹਾ ਇਸ ਭਾਰ ਦੇ ਬਾਰੇ, ਹਜ਼ੂਰ ਨੇ ਫਰਮਾਇਆ ਕਿ ਜਿਹੜੇ ਇੱਕ ਬੰਦਾ ਮੰਨ ਲਓ ਤਰਨਾ ਚਾਹੁੰਦਾ, ਉਦਾਹਰਨ ਦੇਣ ਲੱਗਾ, ਉਹਨੇ ਗਲ ਦੇ ਵਿੱਚ ਪੱਥਰ ਬੰਨ ਕੇ ਪਾ ਦਿਓ। ਮੰਨ ਲਓ ਉਹਨੇ ਤਰ ਕੇ ਦਰਿਆ ਪਾਰ ਕਰਨਾ ਹੈ ਤੇ ਉਹਦਾ ਸਾਰਾ ਗਲਾ ਜਿਹੜਾ ਵੱਡੇ ਵੱਡੇ ਪੱਥਰ ਲੈ ਕੇ ਕੱਪੜੇ ਚ ਲਪੇਟ ਕੇ ਜਾਂ ਕਿਸੇ ਤਰੀਕੇ ਨਾਲ ਬੰਨ ਕੇ ਉਹ ਨੂੜ ਕੇ ਭਾਰੇ ਪੱਥਰ ਉਹਦੇ ਗਲ ਚ ਪਾ ਦਿਓ। ਪਿਆਰਿਓ, ਤੁਸੀਂ ਦੱਸੋ, ਜਿਹਦਾ ਗਲਾ ਸਾਰਾ ਪੱਥਰਾਂ ਦੇ ਭਾਰ ਨਾਲ ਭਰਿਆ ਪਿਆ, ਉਹ ਬੰਦਾ ਸਿਰ ਉੱਚਾ ਕਰਕੇ ਤੁਰੂਗਾ? ਦੂਜੀ ਗੱਲ, ਉਹਦੇ ਸਿਰ ਤੇ ਪੰਡ ਰੱਖ ਦਿਓ। ਮਹਾਰਾਜ ਕਹਿੰਦੇ ਆ, ਭਾਈ ਸੱਜਣਾ, ਗਲ ਚ ਪੱਥਰ ਵੱਜੇ ਹੋਣ ਤੇ ਸਿਰ ਤੇ ਪੰਡ ਹੋਵੇ, ਬੰਦੇ ਨਾਰ ਨਹੀਂ ਤਰ ਸਕਦੇ। ਤੇਰੀ ਸੁਰਤ ਅੰਦਰ, ਤੇਰੇ ਅੰਦਰ ਵਕਾਰਾਂ ਦੇ ਪੱਥਰ ਤੇਰੇ ਗਲੇ ਚ ਪਏ ਹੋਏ ਆ। ਇਹ ਭਾਰ ਹੈ ਤੈਨੂੰ। ਫਿਰ ਬੇਨਤੀ ਸੁਣਿਓ, ਮਹਾਰਾਜ ਕਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ ਸੁਰਤ ਦਾ ਖਚਿਤ ਹੋ ਜਾਣਾ, ਇਹ ਮਾਨੋ ਤੂੰ ਪੱਥਰ ਆਪਣੇ ਗਲ ਚ ਪਾਏ ਆ। ਤੇ ਦੁਨੀਆ ਭਰ ਦੀ ਨਿੰਦਿਆ ਕਰ ਕਰਕੇ ਉਹ ਭਾਰ ਤਾਂ ਆਪਣੇ ਕਰਮਾਂ ਦਾ ਨਹੀਂ ਚੁੱਕਿਆ ਜਾਂਦਾ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ, ਦੁਨੀਆ ਭਰ ਦੀ ਨਿੰਦਿਆ ਦੀਆਂ ਪੰਡਾਂ ਸਿਰ ਤੇ ਨੇ, ਤੂੰ ਭਵ ਸਾਗਰ ਤੋਂ ਕਿਵੇਂ ਪਾਰ ਹੋ ਜਾਏਗਾ? ਤੇਰੇ ਭਾਰ ਨੇ ਤੈਨੂੰ ਡੋਬ ਦੇਣਾ। ਮਹਾਰਾਜ ਦਾ ਬਚਨ ਹੈ, ਬੇਕਾਰ ਪਾਥਰ ਗਲੇ ਬਾਧੇ। ਵਕਾਰ ਜਿਹੜੇ ਨੇ ਉਹ ਪੱਥਰ ਗਲੇ ਚ ਬੰਨੇ ਨੇ। ਨਿੰਦ ਪੋਟ ਸਰਾਏ, ਨਿੰਦਿਆ ਦੀ ਪੋਟਲੀ, ਨਿੰਦਿਆ ਦੀ ਪੰਡ ਸਿਰ ਦੇ ਉੱਤੇ ਚੁੱਕੀ। ਮਹਾਰਾਜ ਕਹਿੰਦੇ ਨੇ, ਬੇਕਾਰ ਪਾਥਰ ਗਲੇ ਬੰਨਦੇ, ਨਿੰਦ ਪੋਟ ਸਰਾਏ। ਇਸ ਭਵ ਸਾਗਰ ਨੂੰ ਕਿਵੇਂ ਤੂੰ ਤਰ ਸਕੇਗਾ? ਇਸ ਤੋਂ ਪਾਰ ਨਹੀਂ ਤੂੰ ਹੋ ਸਕੇਗਾ। ਇਸੇ ਕਰਕੇ ਭਗਤ ਕਬੀਰ ਸਾਹਿਬ ਨੇ ਕਿਹਾ, ਖੌਲੇ ਬੰਦੇ ਤਰ ਜਾਂਦੇ ਆ, ਭਾਰੇ ਡੁੱਬ ਜਾਂਦੇ ਆ। ਪਹਿਲੀ ਗੱਲ ਤਾਂ ਆ ਬੇੜਾ ਹੀ ਇਹੋ ਜਿਹਾ। ਸਾਡਾ ਹੁੰਦਾ ਇੱਕ ਸ਼ਲੋਕ ਹੈ, ਕਬੀਰ ਬੇੜਾ ਜਰਜਰਾ ਫੂਟੇ 6000। ਇੱਕ ਤਾਂ ਬੇੜਾ ਹੀ ਪੁਰਾਣਾ ਹੁੰਦਾ ਪਿਆ, ਦੂਜੇ ਦੇ ਵਿੱਚ ਹਜ਼ਾਰਾਂ ਛੇਕ ਨੇ। ਇਹਦੇ ਵਿੱਚ ਕਮਜ਼ੋਰੀਆਂ ਨੇ। ਇਸ ਬੇੜੇ 'ਚ ਹਰਵੇ ਖਰਵੇ ਤਿਰ ਗਏ, ਡੂਬੇ ਜਿਨ ਸਿਰ ਭਾਰ। ਜਿਹੜੇ ਖਲਕੇ ਸਨ ਉਹ ਤਰ ਗਏ, ਜਿਨ੍ਹਾਂ ਦੇ ਸਿਰ ਦੇ ਉੱਤੇ ਭਾਰ ਸੀ ਉਹ ਡੁੱਬ ਗਏ। ਗੁਰੂ ਨਾਨਕ ਸਾਹਿਬ ਉੱਤੇ ਬਚਨ ਕਰ ਰਿਹਾ ਕਿ ਭਾਰੇ ਜਿਹੜੇ ਨੇ ਉਹ ਡੁੱਬ ਗਏ, ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ। ਉਸ ਭੈ ਤੋਂ ਬਿਨਾਂ ਡੁੱਬੇ ਹਨ। ਤਾਰੇ ਨਦਰ ਕਰੇ, ਕੁਰਬਾਨ ਜਾਈਏ ਸਤਿਗੁਰੂ ਤੋਂ।
ਵਾਹ ਵਾਹ। ਇੱਥੇ ਕਹਿੰਦੇ ਪਏ ਨੇ ਡੁੱਬ ਗਏ ਭਾਰੇ, ਪਰਮਾਤਮਾ ਦਾ ਭੈ ਨਹੀਂ। ਅਗਲੀ ਬਖਸ਼ਿਸ਼ ਕੀਤੀ ਉਹਨੇ, ਕਹਿੰਦੇ ਨੇ ਕੋਈ ਨਹੀਂ, ਜੇ ਡੁੱਬਦੇ ਪਏ ਨੇ ਤੇ ਸਤਿਗੁਰੂ ਨਦਰ ਕਰਦੇ ਨਾ ਡੁੱਬਦਿਆਂ ਨੂੰ ਵੀ ਕਿਨਾਰੇ ਲਾ ਦੇਗਾ। ਜੇ ਉਹ ਨਦਰ ਕਰੇ, ਗੁਰ ਪ੍ਰਸਾਦ ਕਰਦਾ ਤੇ ਸੱਚ ਇਹ ਵੇ ਉਹ ਡੁੱਬਦੇ ਹੋਏ ਵੀ ਕਿਨਾਰੇ ਲੱਗ ਜਾਂਦੇ ਆ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ। ਭੀ ਤੂ ਹੈ ਸਲਾਹਣਾ ਪਿਆਰੇ। ਸਤਿਗੁਰੂ ਅੱਗੇ ਹੁਣ ਰਹਾਉ ਦੀਆਂ ਤੁਕਾਂ ਆਰੰਭ ਹੁੰਦੀਆਂ ਨੇ। ਪਾਰ ਬ੍ਰਹਮ ਪਰਮੇਸ਼ਵਰ ਜੀ, ਤੇਰੀ ਸਲੋਤਾ ਕਰਨੀ ਚਾਹੀਦੀ ਏ, ਤੂੰ ਹੀ ਸਲਾਉਣ ਜੋਗ ਹੈ, ਤੇਰੀ ਹੀ ਸਿਫਤ ਹੈ। ਭੀ ਤੇਰੀ ਸਲਾਹ। हे ਪਰਮੇਸ਼ਵਰ, ਸਲਾਉਣ ਜੋਗ ਪਰਮਾਤਮਾ ਤੇਰੀ ਸਿਫਤ ਸਲਾਹ ਹੀ ਕਰਨ ਜੋਗ ਹੈ, ਕਿਉਂਕਿ ਤੂੰ ਹੈ ਹੀ ਸਿਫਤ ਦੇ ਲਾਇਕ। ਦਾਸ ਨੇ ਪਿਛਲੇ ਦਿਨ ਵੀ ਅਰਜ਼ ਕੀਤੀ ਕਿ ਜਿਹੜੀ ਸਿਫਤ ਸਲਾਹ ਹੈ ਨਾ, ਥੋੜੀ ਜੀ ਮੈਂ ਇਹ ਬੇਨਤੀ ਕਰ ਦਿਆਂਗਾ ਕਿ ਗੁਰਬਾਣੀ ਵਿੱਚ ਉਸਤਤ ਨੂੰ ਬੜੀ ਵੱਡੀ ਥਾਂ ਦਿੱਤੀ ਹੈ, ਸਿਫਤ ਨੂੰ, ਤੇ ਉਸਤਤ ਤੋਂ ਗੁਰੇਜ ਕਰਨ ਲਈ ਵੀ ਬੜਾ ਕਿਹਾ ਹੈ। ਫਿਰ ਸੁਣਿਓ ਆਪ ਜੀ, ਉਸਤਤ ਨੂੰ ਬੜੀ ਥਾਂ ਦਿੱਤੀ। ਉਸਤਤ ਮਨ ਮੈਂ ਕਰ ਨਿਰੰਕਾਰ, ਇਹਨੂੰ ਥਾਂ ਦਿੱਤੀ ਹੈ। ਦੂਜੇ ਪਾਸੇ ਸਤਿਗੁਰੂ ਇਹ ਵੀ ਬਚਨ ਕਰਦੇ ਆ ਕਿ ਉਸਤਤ ਨਿੰਦਾ ਦੋ ਤਿਆਗੈ। ਸੰਸਾਰ ਦੀ ਝੂਠੀ ਸਿਫਤ ਤਿਆਗ ਦੇ, ਪਰਮੇਸ਼ਵਰ ਜੀ ਸੱਚੀ ਸਿਫਤ ਦਿਨ ਰਾਤ ਕਰ। ਤੇ ਗੁਰਮੁਖੋ ਜਿਹੜਾ ਸਿਫਤ ਕਰੇਗਾ ਨਾ, ਦਾਸ ਨੇ ਕਈ ਵਾਰੀ ਬੇਨਤੀ ਕੀਤੀ, ਸਿਫਤ ਜਿਹਦੀ ਕੀਤੀ ਜਾਏ ਉਹਦੇ ਗੁਣ ਸਿਫਤ ਕਰਨ ਵਾਲੇ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਆ। ਜਿਹਦੀ ਸਿਫਤ ਕੀਤੀ ਜਾਏ, ਸੱਚ ਇਹ ਵੇ ਉਹ ਉਹਦੇ ਅੰਦਰ ਆਪ ਨਿਵਾਸ ਕਰ ਲੈਂਦਾ। ਤੇ ਗੁਰਮਤਿ ਅਨੁਸਾਰ ਜਿਹੜਾ ਬੰਦਾ ਪਰਮਾਤਮਾ ਦੀ ਸਿਫਤ ਕਰੇਗਾ ਉਹ ਪਾਰ ਜਾਏਗਾ। ਮਹਾਰਾਜ ਜੀ ਨੇ ਫਰਮਾਇਆ ਬਾਣੀ 'ਚ ਕਿ ਪਰਮਾਤਮਾ ਤੇਰੀ ਸਿਫਤ ਪਾਰ ਕਰ ਦਿੰਦੀ ਹੈ, ਪਰ ਜਿਹੜਾ ਵੀ ਤੇਰੀ ਸਿਫਤ ਕਰੇਗਾ ਤੇ ਸਿਫਤ ਉਹਦੇ ਨਾਲ ਜੋੜ ਵੀ ਦਿੰਦੀ ਹੈ। ਜਿਵੇਂ ਅਸੀਂ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਤੂੰ ਸਿਫਤ ਦੇ ਲਾਇਕ ਹੈ। ਫਿਰ ਅਗਲੀ ਇੱਕ ਬੇਨਤੀ ਜਪਜੀ ਸਾਹਿਬ ਵਿੱਚ ਦਾਸ ਨੇ ਵੀ ਬੇਨਤੀ ਕੀਤੀ, ਜਿਵੇਂ ਦਰਿਆਵਾਂ ਤੇ ਨਦੀਆਂ ਦਾ ਪਾਣੀ ਤੇਜ਼ੀ ਨਾਲ ਸਫ਼ਰ ਕਰਦਾ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ, ਉਹਨੂੰ ਅਭੇਦ ਹੋਏ ਨੂੰ ਕੋਈ ਵੱਖ ਨਹੀਂ ਕਰ ਸਕਦਾ। ਜਿਹੜਾ ਸਿਫਤ ਸਲਾਹ ਕਰਦਾ ਹੈ ਪਰਮਾਤਮਾ ਦੀ, ਸਿਫਤ ਕਰਦਾ ਕਰਦਾ ਰੱਬ ਵਿੱਚ ਅਭੇਦ ਹੋ ਜਾਂਦਾ ਹੈ, ਉਹਨੂੰ ਰੱਬ ਤੋਂ ਕੋਈ ਨਹੀਂ ਵੱਖ ਕਰ ਸਕਦਾ। ਮਹਾਰਾਜ ਜੀ ਨੇ ਫਰਮਾਇਆ, ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹਾ ਪਵੈ ਸਮੁੰਦ ਨਾ ਜਾਣੀਐ। ਜਿਨ੍ਹਾਂ ਨੇ ਸਿਫਤ ਕੀਤੀ, ਜਿਵੇਂ ਦਰਿਆ, ਨਦੀਆਂ, ਨਾਲੇ, ਸਮੁੰਦਰ ਵੀ ਸਮਾ ਜਾਂਦੇ ਆ। ਸਿਫਤ ਕਰਨ ਵਾਲੇ ਪਿਆਰਿਓ, ਸਿਫਤ ਕਰਦੇ ਕਰਦੇ ਇੱਕ ਦਿਨ ਪਰਮਾਤਮਾ ਵੀ ਸਮਾ ਜਾਂਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਸਲਾਉਣ ਯੋਗ ਹੈ। ਚਲੋ ਆਪਾਂ ਜਿੰਨੀ ਬਾਣੀ ਪੜ੍ਹਦੇ ਆ ਤਕਰੀਬਨ ਉਹਦੀ ਸਿਫਤ ਸਲਾਹੀ, ਬੜੇ ਸ਼ਬਦ ਜੀ ਸਾਰੇ। ਮੰਨ ਲਓ ਇਹ ਮਨ ਚ ਆਏਗਾ ਕੀ ਸਿਫਤ ਕਰੀਏ। ਜਿਵੇਂ ਅਸੀਂ ਦੁਨਿਆਵੀ ਤੌਰ ਤੇ ਕਹਿੰਦੇ ਆ ਕਿਸੇ ਬੰਦੇ, ਤੂੰ ਬੜਾ ਬੰਦਾ ਕਮਾਲ ਦਾ ਜੀ, ਇਹਦੇ ਵਰਗਾ ਬੰਦਾ ਹੀ ਕੋਈ ਨਹੀਂ। ਭਾਵੇਂ ਝੂਠੀਆਂ ਗੱਲਾਂ ਲੋਕੀ ਕਰਦੇ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ, ਜੇ ਸਿਫਤ ਕਰਨੀ ਇੱਕ ਤੁਕ ਸਿਰਫ ਕਹਾਂਗਾ, ਉਂਝ ਤਾਂ ਉਹਦੀਆਂ ਸਿਫਤਾਂ ਦਾ ਕੋਈ ਅੰਤ ਥੋੜਾ ਹੈ। ਸਿਫਤੀ ਭਰੇ ਤੇਰੇ ਭੰਡਾਰਾ, ਤੇਰੇ ਭੰਡਾਰੇ ਭਰੇ ਪਏ ਨੇ ਸਿਫਤਾਂ ਦੇ। ਪਰ ਉਹ ਸਿੱਧਾ ਇੱਕ ਸ਼ਬਦ ਕਹੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਸ ਤੁਕ ਵਿੱਚ ਆ ਸਾਰੀਆਂ ਸਿਫਤਾਂ ਨੇ ਜੀ। ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਸਾਡਾ ਠਾਕੁਰ ਹੈ, ਤੂੰ ਸਾਡਾ ਆਗੂ ਹੈ, ਤੂੰ ਸਾਡਾ ਮਾਲਕ ਹੈ। ਇਹ ਸਾਰੇ ਸ਼ਬਦ ਜਿਹੜੇ ਨੇ ਪਰਮਾਤਮਾ ਦੇ ਪਰਉਪਕਾਰ ਕੀਤੇ ਹੋਏ ਜਿਹੜੇ ਨੇ, ਉਹਦੇ ਗੁਣਾਂ ਨੂੰ ਲੈ ਕੇ ਉਹਦੀ ਸਿਫਤ ਕੀਤੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਆ ਜਾਪ ਸਾਹਿਬ ਕੀ ਹੈ ਜੀ? ਸਾਰਾ ਇਹ ਸਾਰੀ ਸਿਫਤ ਹੈ। ਸਾਰੇ ਦਾ ਸਾਰਾ ਜਾਪ ਸਾਹਿਬ ਕਦੀ ਸੁਰਤ ਨੂੰ ਟਿਕਾ ਕੇ ਇਕਾਗਰ ਕਰਕੇ ਬੋਲ ਕੇ ਵਜਦ ਵਿੱਚ ਆ ਕੇ ਜਾਪ ਸਾਹਿਬ ਦਾ ਪਾਠ ਕਰੀਏ ਪਿਆਰਿਓ। ਸਾਰੇ ਦਾ ਸਾਰਾ ਜਾਪ ਸਾਹਿਬ ਇੱਕ ਇੱਕ ਲਫ਼ਜ਼ ਜਿਹੜਾ ਹੈ, ਮੇਰੇ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨ ਚਿਰਾਗ ਹੈ। ਕੀ ਹੈ? ਫਿਰ ਇਹਦੇ ਅਖੀਰ ਵਿੱਚ ਇਹ ਵੀ ਕਿਹਾ ਕਿ ਪਿਆਰਿਓ ਜਿਹੜਾ ਸਿਫਤ ਕਰਦਾ ਹੈ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ, ਉਹਦਾ ਦੁੱਖ ਸੁੱਖ ਦੀ ਬਿਰਤੀ ਜਿਹੜੀ ਖਿੰਡਦੀ ਉਹ ਕੱਟੀ ਜਾਂਦੀ।
ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੋ ਕਾਲੰਗ ਪਰਨਾਸ਼ੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਭੂਤੇ ਸਿਵਤ ਸਲਾਹ ਉਹਦੀ ਅੰਗ ਸਗਤਾ ਬਖਸ਼ਦੀ ਹੈ। ਮੈਂ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਆ ਤੂੰ ਸਲਾਉਣ ਯੋਗ ਹੈ, ਤੇਰੀਆਂ ਅਸੀਂ ਸਿਫਤਾਂ ਕਰ ਦੇਖਾਂ। ਵੇਣ ਬੋਹਿਤ ਪੈ ਡੁੱਬੀਐ ਪਿਆਰੇ। ਪਰ ਮਹਾਰਾਜ ਕਹਿੰਦੇ ਨੇ ਜਹਾਜ਼ ਤੋਂ ਬਿਨਾ ਡੁੱਬ ਜਾਈਦਾ ਹੈ। ਬੋਹਿਤ ਦਾ ਅਰਥ ਹੋ ਗਿਆ ਜਹਾਜ਼। ਹੁਣ ਇੰਨਾ ਅਸਗਾਹ ਸਮੁੰਦਰ ਹੈ ਕਿ ਇਹਦੇ ਵਿੱਚ ਜਹਾਜ਼ ਤੋਂ ਬਿਨਾ ਡੁੱਬ ਜਾਏਗਾ। ਜਹਾਜ਼ ਹੀ ਤੈਨੂੰ ਕਿਨਾਰੇ ਲਾਏਗਾ। ਕੰਦੀ ਪਾਏ ਕਹਾਹ। ਕੰਦੀ ਦਾ ਅਰਥ ਹੈ ਕਿਨਾਰਾ, ਕੰਡਾ। ਜਹਾਜ਼ ਤੋਂ ਬਿਨਾ ਕਿੱਥੋਂ ਲੱਭੇਗਾ ਕਿਨਾਰਾ ਤੈਨੂੰ? ਜੇ ਜਹਾਜ਼ ਵਿੱਚ ਅਸਵਾਰ ਹੋਵੇਂਗਾ ਤੇ ਤੈਨੂੰ ਕਿਨਾਰਾ ਜ਼ਰੂਰ ਮਿਲੇਗਾ। ਜਹਾਜ਼ ਤੋਂ ਬਿਨਾ ਕਿਨਾਰਾ ਨਹੀਂ ਲੱਭਣਾ। ਇਸ ਬਾਹਰਮੁਖੀ ਉਦਾਹਰਨ ਹੈ ਜੀ। ਸਮੁੰਦਰ ਤੋਂ ਪਾਰ ਹੋਣਾ ਹੋਵੇ ਜਾਂ ਸਮੁੰਦਰ ਵਿੱਚ ਸਫ਼ਰ ਕਰਨਾ ਹੋਵੇ, ਜਹਾਜ਼ ਹੈ। ਇਹਦਾ ਅੰਤਰੀਵ ਅਰਥ ਇਹ ਵੇ, ਇਹ ਸੰਸਾਰ ਸਮੁੰਦਰ ਦੀ ਤਰ੍ਹਾਂ ਹੈ। ਇੱਥੇ ਵੀ ਲਹਿਰਾਂ ਉੱਠਦੀਆਂ ਨੇ, ਪਰ ਇੱਥੇ ਜਹਾਜ਼ ਹੈ ਗੁਰੂ। ਇੱਥੇ ਜਹਾਜ਼ ਹੈ ਸਤਿਗੁਰੂ, ਤੇ ਸਤਿਗੁਰੂ ਜਹਾਜ਼ ਤੋਂ ਬਿਨਾ ਭਵ ਸਾਗਰ ਤੋਂ ਤਰਿਆ ਵੀ ਨਹੀਂ ਜਾ ਸਕਦਾ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੀ ਸਿਫਤ ਵਿੱਚ ਭੱਟਾਂ ਨੇ ਇੱਕ ਬਚਨ ਕੀਤਾ। ਉਂਝ ਤਾਂ ਬਾਣੀ ਵਿੱਚ ਅਨੇਕਾਂ ਬਚਨ ਨੇ ਜੀ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਜਹਾਜ਼ ਹੈ, ਗੁਰੂ ਤੁਲਕਾ ਹੈ, ਗੁਰੂ ਬੇੜੀ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਸਿਫਤ ਤੋਂ ਸਲਾਹ ਤੇ ਜੋ ਕੁਝ ਉਹ 43 ਸਾਲ ਵੀ ਸਾਡੀ ਝੋਲੀ ਚ ਪਾ ਗਏ। ਆਰਬਲਾ ਉਹਨਾਂ ਦੀ 43 ਸਾਲ ਬਣਦੀ ਹੈ। 43 ਸਾਲ ਦੀ ਉਮਰ ਜੋ ਕੁਝ ਪਾ ਗਏ, ਉਹਦਾ ਕੋਈ ਥਾਂ ਹੀ ਨਹੀਂ। ਸਾਡੇ ਇੱਕ ਵਿਦਵਾਨ ਨੇ 3 ਸ਼ਬਦ ਬੜੇ ਸੋਹਣੇ ਵਰਤੇ ਸਨ। ਉਹ ਕਹਿੰਦਾ ਸੀ, ਗੁਰੂ ਅਰਜੁਨ ਦੇਵ ਗੁਰਬਾਣੀ ਦੇ ਪੁੰਜ ਨੇ। ਸ਼ਬਦ 3 ਬੜੇ ਚੰਗੇ ਲੱਗੇ। ਚਲੋ ਦੀ ਵਿਆਖਿਆ ਕਰਾਂਗੇ ਆਉਣ ਵਾਲੇ ਦਿਨਾਂ 'ਚ। ਗੁਰੂ ਅਰਜੁਨ ਦੇਵ ਗੁਰਬਾਣੀ ਦੇ ਪੁੰਜ ਨੇ, ਬਾਣੀ ਦੇ ਬੋਹਿਤ। ਦੂਜਾ ਉਹ ਕਹਿੰਦੇ ਸਨ, ਗੁਰੂ ਅਰਜੁਨ ਦੇਵ ਕੁਰਬਾਨੀ ਦੇ ਪੁੰਜ ਨੇ। ਗੁਰਬਾਣੀ ਦੇ ਪੁੰਜ ਨੇ। ਗੁਰੂ ਅਰਜੁਨ ਦੇਵ ਕੁਰਬਾਨੀ ਦੇ ਪੁੰਜ ਨੇ, ਕੁਰਬਾਨੀ। ਗੁਰਬਾਣੀ ਦੇ ਪੁੰਜ ਨੇ, ਕੁਰਬਾਨੀ ਦੇ ਪੁੰਜ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਿਹਰਬਾਨਗੀ ਦੇ ਪੁੰਜ ਨੇ। ਉਹ ਮਿਹਰਬਾਨ ਨੇ, ਮਿਹਰਬਾਨੀ ਦੇ ਪੁੰਜ ਵੀ ਨੇ। ਦੇਖੋ, ਕੋਈ ਜਹਾਜ਼ ਹੈ, ਹਵਾਈ ਜਹਾਜ਼ ਹੋਵੇ ਤੇ ਭਾਵੇਂ ਸ਼ਿਪ ਹੋਵੇ। ਮੈਂ ਬੇਨਤੀ ਕਰਨ ਲੱਗਾ, ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਹਾਜ਼ ਤੋਂ ਬਿਨਾ ਪਾਰ ਹੀ ਨਹੀਂ ਹੋ ਸਕਦਾ ਬੰਦਾ। ਡੁੱਬ ਜਾਏਗਾ ਨਹੀਂ ਤੇ ਕੰਡਾ ਨਹੀਂ ਲੱਭਣਾ। ਆਪ ਦੇਖੋ, ਬਾਹਰ ਕੋਈ ਜਹਾਜ਼ ਹੈ ਜਿਹੜਾ ਹਵਾਈ ਜਹਾਜ਼ ਵੀ ਹੈ, ਉਹਦੀਆਂ ਸੀਟਾਂ ਦੀ ਗਿਣਤੀ ਹੈ ਨਾ, ਅਣਗਿਣਤ ਥੋੜਾ। ਇਹ ਨਹੀਂ ਵੀ ਉਹਦੀ ਗਿਣਤੀ ਕੋਈ ਨਹੀਂ, ਜਿੰਨੇ ਮਰਜ਼ੀ ਚੜ ਜਾਓ। ਆਪ ਸਭ ਨੂੰ ਪਤਾ ਵੀ ਟਿਕਟ ਦੇ ਆਪਣਾ ਸੀਟਾਂ ਦੇ ਨੰਬਰ ਨੇ, ਗਿਣਤੀ ਮਿੰਤੀ ਹੈ। ਉਹ ਕਿੰਨਾ ਭਾਰ ਲੈ ਕੇ ਜਾ ਸਕਦਾ, ਇੰਜਨ ਸਾਰਾ ਦੱਸਦਾ ਪਿਆ। ਉਸ ਤੋਂ ਬਾਅਦ ਅਸੀਂ ਸ਼ਿਪ ਦੇਖਨੇ ਆ ਸਮੁੰਦਰੀ ਜਹਾਜ਼ ਜਿਹੜੇ ਨੇ। ਭਾਵੇਂ ਅਸੀਂ ਕਹਿੰਦੇ ਆ ਪਿੰਡ ਦਾ ਪਿੰਡ ਵਿੱਚ ਸਮਾ ਗਿਆ, ਇੰਨੀਆਂ ਗੱਡੀਆਂ, ਇੰਨੇ ਬੰਦੇ, ਇੰਨਾ ਕੁਝ, ਪਰ ਯਾਦ ਰੱਖਿਓ ਉਹਨਾਂ ਦੀ ਵੀ ਸੀਮਾ ਹੈ। ਸਮੁੰਦਰੀ ਜਹਾਜ਼ ਸਾਰੀ ਦੁਨੀਆ ਨੂੰ ਇੱਕੇ ਵੇਲੇ ਆਪਣੇ ਇਕੱਠਾ ਚਾੜ ਲੂਗਾ? ਹਵਾਈ ਜਹਾਜ਼ ਸਾਰੀ ਦੁਨੀਆ ਨੂੰ ਸਬਰ ਕਰਾ ਸਕੂਗਾ? ਉਹ ਗੁਰਸਿੱਖੋ, ਭੱਟ ਸਾਹਿਬ ਕਹਿੰਦੇ ਆ, ਸਾਡੇ ਤੇ ਯਕੀਨ ਕਰੋ, ਦੁਨੀਆ ਦੇ ਜਹਾਜ਼ ਦੀ ਸੀਮਾ ਹੈ। ਕੋਈ 200, ਕੋਈ 400, ਕੋਈ 500, ਕੋਈ 1000, ਕੋਈ 2000 ਸ਼ਿਪ, ਹਜ਼ਾਰਾਂ ਤੱਕ ਲਿਜਾ ਸਕਦਾ ਹੈ। ਪਰ ਇੱਕ ਵਾਰੀ ਧੰਨ ਗੁਰੂ ਅਰਜੁਨ ਦੇਵ ਕਹੋ ਤੇ ਇਹ ਐਸਾ ਜਹਾਜ਼ ਹੈ, ਸਾਰੀ ਸ੍ਰਿਸ਼ਟੀ ਨੂੰ ਪਾਰ ਕਰ ਦਿੰਦਾ ਹੈ। ਇਹਦੀ ਕੋਈ ਸੀਮਾ ਨਹੀਂ। ਦੇਖੋ, ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਕਲਯੁਗ ਜਹਾਜ਼ ਅਰਜੁਨ ਗੁਰੂ। ਅਗਲੀ ਤੁਕ ਕੀ ਹੈ? ਤੁਕ ਦਾ ਅਗਲਾ ਹਿੱਸਾ ਕੀ ਹੈ? ਇਹ ਸੀਮਾ ਦੱਸੀਏ ਕੋਈ? ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗਭੇ ਤਰੋ। ਕੱਲਾ ਪੰਜਾਬ ਨਹੀਂ, ਕੱਲਾ ਹਿੰਦੁਸਤਾਨ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਭੱਟ ਕਹਿੰਦੇ ਆ, ਗੁਰੂ ਅਰਜੁਨ ਦੇਵ ਕਲਯੁਗ ਦਾ ਜਹਾਜ਼ ਹੈ। ਤੇ ਸਾਰੀ ਸ੍ਰਿਸ਼ਟੀ ਗੁਰੂ ਅਰਜੁਨ ਦੇਵ ਦੇ ਸ਼ਬਦ ਦਾ ਸਹਾਰਾ ਲੈ, ਇੱਕੋ ਵੇਲੇ ਗੁਰੂ ਅਰਜੁਨ ਦੇਵ ਸਾਰੀ ਸ੍ਰਿਸ਼ਟੀ ਨੂੰ ਪਾਰ ਕਰ ਦਿੰਦਾ ਹੈ। ਇਹਨਾਂ ਦੀ ਕੋਈ ਸੀਮਾ ਨਹੀਂ। ਇਹ ਸੀਮਾ ਤੋਂ ਰਹਿਤ ਨੇ।
ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਇੱਕ ਮੇਰੀ ਇੱਛਾ ਹੈ, ਮੈਂ ਉਹਨਾਂ ਸੰਬੰਧੀ ਬੇਨਤੀ ਕਰਦਿਆਂ ਕਿ ਜਿੰਨਾ ਮਰਜੀ ਬੰਦਾ ਭੱਜ ਲੈ, ਚਲਾਕੀ ਵਰਤ ਲੈ, ਗੁਣੀ ਹੋ ਜਾਏ, ਪਰ ਇੱਕ ਗੱਲ ਯਾਦ ਰੱਖਿਓ, ਸਤਿਗੁਰੂ ਤੋਂ ਬਿਨਾ ਕਿਸੇ ਨੇ ਬਾਹ ਨਹੀਂ ਜੇ ਪਕੜਨੀ। ਸਤਿਗੁਰੂ ਤੋਂ ਬਿਨਾ ਕਿਸੇ ਬਾਹ ਨਹੀਂ ਪਕੜਨੀ। ਜਿਸ ਧਰਤੀ ਤੇ ਆਪ ਜੀ ਬੈਠੇ ਹੋਏ, ਇੱਥੇ ਹੀ ਘਟਨਾ ਵਾਪਰੀ ਹੈ। ਗੁਰੂ ਅਰਜੁਨ ਸਾਹਿਬ ਜੀ ਨੇ ਬਖਸ਼ਾਂ ਕੀਤੀਆਂ ਇੱਥੇ, ਤੇ ਮੇਰੀ ਇੱਛਾ ਸੀ ਵੀ ਖਾਸ ਕਰਕੇ ਵੀ ਸਤਿਗੁਰੂ ਹੀ ਬੋਹਤਾਕ ਹੈ, ਉਹਦੇ ਤੋਂ ਬਿਨਾ ਕੋਈ ਪਾਰ ਨਹੀਂ ਹੋ ਸਕਦਾ। ਇਸ ਨੂੰ ਪੋਜ਼ਿਟਿਵ ਸੋਚਣਾ ਹੈ। ਪਰਮੇਸ਼ਵਰ ਦੀ ਇਸ ਰਚਨਾ ਵਿੱਚ ਇਹਦੀ ਖੇਡ ਦਾ ਕੋਈ ਪਤਾ ਨਹੀਂ, ਤੇ ਜ਼ਿੰਦਗੀ ਵਿੱਚ ਕਿਸੇ ਵੀ ਕੰਮ ਦਾ ਦਾਅਵਾ ਨਹੀਂ ਹੋ ਸਕਦਾ। ਜਿਹੜਾ ਬੰਦਾ ਦਾਅਵਾ ਕਰਦਾ ਉਹ ਫਸ ਜਾਂਦਾ ਹੈ। ਇੱਥੇ ਦਾਅਵੇ ਨਹੀਂ ਕਦੀ ਪੇਸ਼ ਕਰਨੇ ਚਾਹੀਦੇ। ਬਾਬਾ ਜੀ ਨੇ ਕਿਹਾ, ਕਬੀਰ ਦਾਅਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ। ਜਿਹੜਾ ਦਾਅਵਾ ਕਰਦਾ ਉਹ ਫਸ ਜਾਂਦਾ। ਕਿਸੇ ਚੀਜ਼ ਦਾ ਦਾਅਵਾ ਕਰੋ, ਅੱਗ ਲੱਗ ਜਾਣੀ। ਸੇਵਾ ਦਾ ਦਾਅਵਾ, ਸਿਮਰਨ ਦਾ ਦਾਅਵਾ, ਦਾਨ ਪੁੰਨ ਦਾ ਦਾਅਵਾ। ਹਜ਼ੂਰ ਦੇ ਦਰਬਾਰ ਵਿੱਚ ਰੋਜ਼ ਕੀਰਤਨ ਹੁੰਦਾ। ਮੈਂ ਬੜੀ ਸੰਖੇਪ ਜੀ ਬੇਨਤੀ ਕਰਾਂਗਾ, ਤੇ ਮੇਰੀ ਇੱਛਾ ਹੈ ਮੈਂ ਉਹਨਾਂ ਦੀ ਰਚਨਾ ਵਿੱਚੋਂ, ਆਪ ਸਮਝ ਗਏ, ਬਾਬਾ ਸੱਤਾ ਬਲਵੰਡ ਜੀ ਗੁਰੂ ਕੇ ਰਬਾਬੀ, ਉਹਨਾਂ ਦੀ ਜ਼ਿੰਦਗੀ 'ਚ ਵਾਪਰੀ, ਤੇ ਉਹਨਾਂ ਨੇ ਸਾਰੀ ਦੁਨੀਆ ਨੂੰ ਕੂਕ ਕੇ ਕਿਹਾ, ਉਹ ਭਲਿਓ ਗੁਰੂ ਅਰਜੁਨ ਦੇਵ ਦੇ ਚਰਨ ਪਕੜ ਲਓ, ਇਹਦੇ ਤੋਂ ਬਿਨਾ ਅੰਦਰ ਸੜ ਗਿਆ ਹੈ। ਗੁਰੂ ਤੋਂ ਬਿਨਾ ਕਿਸੇ ਬਾਹ ਨਹੀਂ ਪਕੜਨੀ। ਕੀਰਤਨ ਕਰਦੇ ਨੇ, ਆਪ ਸਭ ਨੂੰ ਪਤਾ ਹੈ, ਰਬਾਬੀ ਨੇ। ਬੱਚੀ ਦੀ ਸ਼ਾਦੀ ਦੀ ਗੱਲ ਚੱਲੀ, ਕਿਤੇ ਭੈਣ ਲਿਖਿਆ, ਕਿਤੇ ਬੱਚੀ ਲਿਖਿਆ, ਗੱਲ ਸ਼ਾਦੀ ਦੀ, ਬੇਟੀ ਦੀ ਘਰ ਸ਼ਾਦੀ ਹੈ। ਸਿਰਫ ਇੱਕ ਬਿਰਤੀ ਇਹ ਚਲੀ ਗਈ ਕਿ ਜਿੰਨੇ ਗੁਰੂ ਦਰਬਾਰ ਵਿੱਚ ਹੁੰਦੇ ਨੇ, ਜੇ ਸਾਰੇ ਸਾਨੂੰ ਦੇ ਦੇਣ ਤਾਂ ਬਸ। ਨਹੀਂ ਪਿਆਰਿਓ, ਵਾਹਿਗੁਰੂ ਅੱਗੇ ਅਰਦਾਸ ਹੈ, ਗੋਲਕ ਦੀ ਬਿਰਤੀ ਨਾ ਬਣੇ, ਸਤਿਗੁਰੂ ਦੀ ਨਦਰ ਵਾਲੀ ਬਿਰਤੀ ਬਣੇ। ਗੋਲਕਾਂ ਨਾਲ ਥੋੜਾ ਕੋਈ ਬੰਦਾ ਰੱਜਦਾ ਹੁੰਦਾ ਹੈ। ਨਦਰ ਇੱਕ ਟਕੇ ਨਾਲ ਵੀ ਰਜਾ ਦਿੰਦੀ ਹੈ। ਮਨ 'ਚ ਫੁਰਨਾ ਆ ਗਿਆ ਨਾ, ਵੇਖੋ ਕੀਰਤਨ ਕਰਦਿਆਂ ਫੁਰਨਾ ਹੀ ਆਇਆ ਇੱਕ ਦਿਨ, ਉਹ ਫੁਰਨਾ ਕਰਮ ਬਣ ਗਿਆ। ਪਹਿਲਾਂ ਫੁਰਨਾ ਹੀ ਸੀ ਨਾ, ਇਹਦਾ ਮਤਲਬ ਕੀਰਤਨ ਹੋ ਰਿਹਾ, ਰਬਾਬੀ ਕੀਰਤਨ ਕਰਨ ਨੇ ਫੁਰਨਾ ਆਇਆ ਵੀ ਇੰਨਾ ਵੱਡਾ ਢੇਰ ਲੱਗਿਆ, ਜੇ ਸਾਨੂੰ ਮਿਲ ਜਾਏ। ਪਿਆਰੇ, ਉਸ ਨਿੱਕੇ ਜਿਹੇ ਫੁਰਨੇ ਨੇ ਕਿੱਡੀ ਵੱਡੇ ਦੁਖਾਂਤ ਨੂੰ ਜਨਮ ਦੇ ਦਿੱਤਾ। ਮੰਗ ਲਿਆ ਉਹਨਾਂ, ਚਲੋ ਉਸ ਦਿਨ ਨਹੀਂ ਮਾਇਆ ਆਈ। ਅੰਦਰ ਹੰਕਾਰ ਗੁਣ ਸੀ ਬੜਾ ਵੱਡਾ, ਅੰਦਰੋਂ ਹੰਕਾਰ ਉਪਜ ਪਿਆ ਕਿ ਸਾਡੇ ਕਰਕੇ ਗੁਰੂ ਦਰਬਾਰ ਨੇ। ਨਹੀਂ ਪਿਆਰਿਓ, ਅਸੀਂ ਨਹੀਂ ਵੀ ਆਏ ਨਾ, ਆ ਜੋ ਕੁਝ ਵਰਤਾਰਾ ਹੋਇਆ, ਗੁਰੂ ਰਾਮਦਾਸ ਦਾ ਦਰਬਾਰ ਫਿਰ ਵੀ ਰਹਿਮਤਾਂ ਨਾਲ ਭਰਿਆ ਹੈ। ਇਹ ਸਾਡੇ ਤੋਂ ਬਿਨਾ ਸਰ ਜਾਏਗਾ, ਪਰ ਇਹਦੇ ਤੋਂ ਬਿਨਾ ਸਾਡਾ ਕੋਈ ਨਹੀਂ ਸਰਨਾ। ਫਿਰ ਬੇਨਤੀ, ਇਹਦੇ ਤੋਂ ਬਿਨਾ ਸਾਡਾ ਕੌਣ ਹੈ ਜੀ? ਮਨ 'ਚ ਫੁਰਨਾ ਆ ਗਿਆ ਕਿ ਅਸੀਂ ਕੀਰਤਨ ਕਰ ਰਹੇ ਹਾਂ ਤੇ ਸੰਗਤ ਆਉਂਦੀ ਹੈ, ਤਾਂ ਇੰਨੀ ਮਾਇਆ ਹੁੰਦੀ ਹੈ। ਚਲੋ ਰੁੱਸ ਗਏ ਜੀ, ਚਲੇ ਗਏ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਇੱਥੋਂ ਤੱਕ ਸਿੱਖ ਮਨਾਣ ਗਏ, ਬਾਬਾ ਬੁੱਢਾ ਸਾਹਿਬ ਜੀ ਗਏ, ਗੁਰਮੁਖ ਪਿਆਰੇ ਗਏ, ਹੋਰ ਸਿੱਖ ਨਹੀਂ ਆਏ, ਪਰ ਗੁਰੂ ਅਰਜੁਨ ਦੇਵ ਜੀ ਆਪ ਗਏ। ਇਤਿਹਾਸ ਕਹਿੰਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ, ਨਾ ਪੁਰਾਣੀ ਗੱਲ ਕਰ ਰਹੇ ਹਾਂ, ਅੱਜ ਕੱਲ ਦੀ ਬੰਤਰ ਨਹੀਂ, ਇਹਦੇ ਪਿਛਲੇ ਪਾਸੇ ਰਬਾਬੀਆਂ ਦੀ ਗਲੀ ਹੈ। ਗੁਰੂ ਅਰਜੁਨ ਦੇਵ ਆਪ ਗਏ, ਬੂਹਾ ਨਹੀਂ ਖੋਲਿਆ। ਤੇ ਇਹ ਸ਼ਬਦ ਸਦੋਂ ਜਦੋਂ ਹੰਕਾਰ 'ਚ ਬੰਦਾ ਹੁੰਦਾ ਹੈ, ਪਿਆਰਿਓ, ਕੋਈ ਪਤਾ ਨਹੀਂ ਜ਼ਬਾਨ ਤੋਂ ਕੀ ਕੁਛ ਬੋਲ ਜਾਂਦਾ ਹੈ। ਇਹ ਸ਼ਬਦ ਕਹਿ ਦਿੱਤਾ ਕਿ ਭਾਈ ਮਰਦਾਨਾ ਕੀਰਤਨ ਕਰਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੂੰ ਲੋਕ ਜਾਣਦੇ। ਮੈਂ ਕਹਿੰਦਾ, ਪਿਛਲੇ ਦਿਨ ਹੀ ਕਿਹਾ, ਉਸ ਗੁਰਮੁਖ ਨੇ ਤਾਂ ਅੱਧੀ ਸਦੀ, ਤਕਰੀਬਨ 54 ਸਾਲ ਦੇ ਕਰੀਬ ਉਹਨੇ ਕੀਰਤਨ ਕੀਤਾ, ਉਹਦੇ ਅੰਦਰ ਤੇ ਕਦੀ ਬੁਰਾ ਨਹੀਂ ਉੱਠਿਆ। ਉਹ ਤਾਂ ਬਸ ਬਾਬਾ ਜੀ ਦਾ ਸੇਵਕ। ਇੰਨੀ ਗੱਲ ਗੁਰੂ ਨਾਨਕ ਸਾਹਿਬ ਜੀ ਬਾਰੇ ਕਹੀ। ਹਜ਼ੂਰ ਨੇ ਕਿਹਾ ਇਹ ਫਿੱਟ ਗਏ ਨੇ, ਇੰਨੀ ਸ਼ਬਦ ਕਿਹਾ ਬਸ। ਹਜ਼ੂਰ ਨੇ ਕਿਹਾ, ਉਹ ਅੱਜ ਅਸੀਂ ਖੁਦ ਕੀਰਤਨ ਕਰਾਂਗੇ। ਗੁਰਸਿੱਖੋ, ਰਬਾਬੀ ਸਨ ਕੀਰਤਨ ਕਰਦੇ ਪਹਿਲਾਂ। ਮੇਰੇ ਧੰਨ ਗੁਰੂ ਅਰਜੁਨ ਦੇਵ ਨੇ ਸਿੱਖਾਂ ਦੀ ਝੋਲੀ ਵਿੱਚ ਕੀਰਤਨ ਪਾ ਦਿੱਤਾ। ਕੀਰਤਨ ਹਜ਼ੂਰ ਨੇ ਆਪ ਸ਼ਰੰਦੇ ਨਾਲ ਕੀਤਾ। ਸੱਤਾ ਬਲਵੰਡ ਚਲੇ ਗਏ, ਪਰ ਮੇਰਾ ਮਨ ਹੀ ਕਹਿੰਦਾ ਹੈ ਉਹਨਾਂ ਨੂੰ ਆਸਾ ਕੀ ਵਾਰ ਵੀ ਚੇਤੇ।
ਰਾਗ ਵੀ ਚੇਤੇ, ਸੁਰਾਂ ਵੀ ਚੇਤੇ, ਪੜਤਾਲ ਵੀ ਚੇਤੇ, ਪਰ ਪਿਆਰਿਓ ਦਿਮਾਗ ਵਿੱਚ, ਕੰਠ ਵਿੱਚ ਹਰ ਚੀਜ਼ ਚੇਤੇ, ਪਰ ਉਹ ਅੰਦਰੋਂ ਰਹਿਮਤ ਨੂੰ ਕੱਟ ਵੱਜ ਗਿਆ ਜਿਹੜੀ ਗੁਰੂ ਅਰਜਨ ਦੇਵ ਦੀ ਹਜ਼ੂਰੀ ਵਿੱਚ ਮਿਲਦੀ ਹੁੰਦੀ ਸੀ। ਉਹ ਨਹੀਂ, ਸ਼ਬਦ ਚੇਤੇ ਵੇ ਪਰ ਫਿੱਕਾਪਨ ਆ ਗਿਆ ਨਾ। ਰਸ ਤਾਂ ਮੈਂ ਆਰੰਭ ਚ ਅੱਜ ਤੁਹਾਨੂੰ ਇਹੀ ਕਿਹਾ, ਰਸ ਉਹਦੀ ਮਿਹਰ ਨਾਲ ਕਹੇ, ਉਦਮ ਸੀ, ਗਲੇ ਦੀ ਕਲਾਕਾਰੀ ਸੀ, ਸੁਰਾਂ ਸਨ। ਮੁੱਖ ਦੀ ਗੱਲ ਕੀ, ਅਖੀਰ ਤੇ ਜਦੋਂ ਕਿਤੇ ਵੀ ਥਾਂ ਨਾ ਮਿਲਿਆ, ਆ ਜਿੱਥੇ ਧਰਤੀ ਤੇ ਆਪ ਬੈਠੇ ਹੋ, ਇੱਥੇ ਭਾਈ ਲੱਦਾ ਸਾਹਿਬ ਜੀ ਲੈ ਕੇ ਆਏ, ਢੋਲ ਵੱਜ ਰਿਹਾ ਸੀ, ਗਧੇ ਉੱਤੇ ਬੈਠੇ ਸਨ। ਇਹ ਤੋਂ ਇਨਕਾਰ ਨਾ ਕਰਿਓ, ਉਸ ਪਰਉਪਕਾਰੀ ਸਿੱਖ ਨੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਲੈ ਕੇ ਆਏ। ਹਜ਼ੂਰ ਨੇ ਕਿਹਾ ਢੋਲ ਦੀ ਆਵਾਜ਼ ਕਾਹਦੀ? ਕਹਿੰਦੇ ਨੇ ਮਹਾਰਾਜ ਭਾਈ ਲੱਦਾ ਜੀ ਆਏ ਨੇ। ਹਜ਼ੂਰ ਕਹਿੰਦੇ ਢੋਲ? ਕਹਿੰਦੇ ਸੱਤਾ ਬਲਵੰਡ ਜੀ ਨਾਲ ਨੇ। ਮਹਾਰਾਜ ਉੱਠ ਕੇ ਬਾਹਰ ਗਏ, ਦੇਖਿਆ ਮੁਖ ਕਾਲਾ ਕੀਤੋ ਨੇ। ਸੱਤਾ ਬਲਵੰਡ ਜੀ ਪਿੱਛੇ ਬਸਤਰ ਪਾਟੇ ਹੋਏ, ਦਰਿਦਰਤਾ ਸੱਚੀ ਮੁੱਚੀ ਤਨ ਫਟ ਗਿਆ। ਮਹਾਰਾਜ ਜੀ ਨੇ ਕਿਹਾ ਭਾਈ ਲੱਦਾ ਜੀ ਇਹ ਕੀ ਕੀਤਾ? ਉੱਥੇ ਸ਼ਬਦ ਦੇ ਗੁਰਮੁਖ ਪਿਆਰੇ ਨੇ ਵਰਤੇ ਨੇ। ਉੱਤੇ ਬੈਠੇ ਹੱਥ ਜੋੜ ਕੇ ਕਹਿੰਦੇ ਆ ਦਾਤਾ ਤੇਰੇ ਦਰ ਤੋਂ ਗੁਨਾਹ ਕਰਕੇ ਫਿਟਕਿਆਂ ਹੋਇਆਂ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ। ਮਹਾਰਾਜ ਕਹਿੰਦੇ ਪਤਾ ਇਹਨਾਂ ਦਾ ਗੁਨਾਹ? ਆਰੋਪ ਹੈ। ਕਹਿੰਦੇ ਕਿ ਸਤਿਗੁਰੂ ਇਹਨਾਂ ਦਾ ਗੁਨਾਹ ਨਾ ਦੇਖੋ, ਮੇਰਾ ਗੁਨਾਹ ਨਾ ਦੇਖੋ, ਤੁਸੀਂ ਆਪਣੀ ਰਹਿਮਤ ਦੇਖੋ, ਤੁਸੀਂ ਕਿੱਡੇ ਕਿੱਡੇ ਗੁਨਾਹਗਾਰਾਂ ਨੂੰ ਵੀ ਪਾਰ ਕਰ ਦਿੰਦੇ। ਸਾਡੇ ਗੁਨਾਹ ਤਾਂ ਕੀ ਨੇ? ਮਹਾਰਾਜ ਗੁਰੂ ਅਰਜਨ ਦੇਵ ਨੇ ਸੀਨੇ ਨਾਲ ਲਾ ਲਿਆ ਭਾਈ ਲੱਦਾ ਜੀ ਨੂੰ। ਮੈਂ ਬੇਨਤੀ ਕਰਾਂ, ਉਹਨਾਂ ਦੀ ਜ਼ਿੰਦਗੀ 'ਚ ਵਾਪਰ ਚੁੱਕਾ, ਕੀਰਤਨ ਵੀ ਕਰਦੇ ਰਹੇ, ਟੁੱਟ ਵੀ ਗਏ। ਟੁੱਟਣ ਤੋਂ ਬਾਅਦ ਜੋ ਵਾਪਰਿਆ, ਫਿਰ ਵਾਪਸ ਆਏ ਤੇ ਉਹਨਾਂ ਨੇ ਜਿਹੜੀਆਂ 8 ਪੌੜੀਆਂ ਦੀ ਵਾਰ ਕਹੀ, ਉਹਦੀ ਅਖੀਰਲੀ ਪੌੜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ, ਉਹ ਭਾਈ ਸਿੱਖੋ, ਐ ਦੁਨੀਆ ਦੇ ਲੋਕੋ, ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਗੁਰੂ ਅਰਜਨ ਦੇਵ ਦਾ ਪ੍ਰਤਾਪ ਹੈ। ਜ਼ਿੰਦਗੀ 'ਚ ਕਿਤੇ ਭੁੱਲ ਕੇ ਗੁਰੂ ਤੋਂ ਟੁੱਟ ਨਾ ਜਾਇਓ। ਰੱਬ ਦਾ ਸਭ ਤੋਂ ਵੱਡੀ ਸੁਗਾਤ ਹੈ ਗੁਰੂ ਅਰਜਨ ਦੇਵ ਸਾਡਾ ਗੁਰੂ ਹੈ। ਉਹ ਅਸੀਂ ਬਚਨ ਪੜ੍ਹਨੇ, ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾ, ਆਪੀ ਨੇ ਆਪ ਸਾਜੁਨ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ, ਤਖਤ ਬੈਠਾ ਅਰਜਨ ਗੁਰੂ। ਇੱਥੇ ਸ਼ਬਦ ਅਰਜਨ ਹੈ। ਭੱਟ ਸਾਹਿਬਾਨਾਂ ਨੇ ਸ਼ਬਦ ਵਰਤਿਆ ਅਰਜੁਨ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ, ਚਮਕਦਾ ਚੰਦੋਵਾ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ। ਉਗਵਣ ਹੋ ਤੇ ਆਥਵਣੂ, ਸੂਰਜ ਉਗਦੇ ਤੋਂ ਲੈ ਕੇ ਆਥਮ ਜਿੱਤੇ ਛਿਪ ਰਿਹਾ, ਚੜ੍ਹਦੇ ਤੋਂ ਲੈਂਦੇ ਤੱਕ ਸਿੱਧੇ ਪੰਜਾਬੀ ਦੇ ਸ਼ਬਦ। ਉਗਵਣ ਹੋ ਤੇ ਆਥਵਣੂ, ਚੌ ਚੱਕੀ ਕੀਆਂ ਲੋਵਾ, ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਵਾ। ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾ। ਮੈਂ ਬੇਨਤੀ ਕਰਾਂ, ਸਤਿਗੁਰੂ ਤੋਂ ਬਿਨਾ ਕਿਸੇ ਨਹੀਂ ਪਾਰ ਕਰਨਾ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਹੈ ਬੜਾ ਬਿਖਮ, ਪਰ ਪਰਮੇਸ਼ਵਰ ਬੋਇਤ ਤੋਂ ਬਿਨਾ ਕਿਨਾਰਾ ਨਹੀਂ ਲੱਭਦਾ, ਜਹਾਜ਼ ਤੋਂ ਬਿਨਾ ਕਿਨਾਰਾ ਕੰਧਾ ਨਹੀਂ ਲੱਭਦਾ। ਇਸੇ ਤਰ੍ਹਾਂ ਸਤਿਗੁਰੂ ਤੋਂ ਬਿਨਾ ਜੀਵ ਨੂੰ ਕੋਈ ਕਿਨਾਰਾ ਨਹੀਂ ਲੱਭਣਾ। ਕਿਨਾਰੇ ਕੇਵਲ ਸਤਿਗੁਰੂ ਨੇ ਲਾਣਾ ਹੈ। ਰਹਾਉ। ਇਹ ਦੋ ਜਿਹੜੀਆਂ ਤੁਕਾਂ ਨੇ, ਇਹ ਹਜ਼ੂਰ ਨੇ ਰਹਾਉ ਦੀਆਂ ਉਚਾਰਨ ਕੀਤੀਆਂ ਹਨ। ਸਾਲਾਹੀ ਸਲਾਹਣਾ ਪਿਆਰੇ। ਹਜ਼ੂਰ ਨੇ ਕਿਹਾ ਸਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਦੂਜਾ ਅਵਰ ਨਾ ਕੋਏ। ਕਹਿੰਦੇ ਨੇ ਦੂਜਾ ਕੋਈ ਹੈ ਹੀ ਨਹੀਂ, ਕੋਈ ਤੇਰੇ ਬਰਾਬਰ ਨਹੀਂ ਇੱਥੇ ਜਿਹਦੀ ਸਿਫਤ ਕਰਾਂ, ਕਿਉਂਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਅਨੂਪ ਹੈ, ਕਿਨੂੰ ਕਹਾਂ ਕਿ ਤੇਰੇ ਵਰਗਾ ਹੈ? ਨਹੀਂ ਪਰਮਾਤਮਾ, ਸਿਰਫ ਤੂੰ ਸਲਾਉਣ ਜੋਗ, ਤੇਰੇ ਤੋਂ ਹੋਰ ਕੋਈ ਵੀ ਨਹੀਂ। ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ। ਜਿਹੜੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਲਾਉਂਦੇ ਨੇ ਗੁਰਮੁਖ ਜਨ, ਗੁਰੂ ਨਾਨਕ ਸਾਹਿਬ ਕਹਿੰਦੇ ਬੜੇ ਭਲੇ ਨੇ ਜੀ ਉਹ।
ਬੜੇ ਚੰਗੇ ਨੇ ਜਿਹੜੇ ਸਤਿਗੁਰੂ ਨੂੰ ਸਲਾਉਂਦੇ ਹਨ। ਸ਼ਬਦ ਰਤੇ ਰੰਗ ਹੋਏ। ਸਿਫਤ ਕਰ ਕਰਕੇ ਉਹ ਸ਼ਬਦ ਵਿੱਚ ਰੰਗੇ ਗਏ ਆ, ਉਹਨਾਂ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਰੰਗ ਚੜ ਗਿਆ ਹੈ। ਤਿਸ ਕੀ ਸੰਗਤ ਜੇ ਮਿਲੈ ਪਿਆਰੇ। ਜੇ ਉਸ ਗੁਰਮੁਖ ਦੀ ਸੰਗਤ ਮਿਲ ਜਾਏ, ਵੇਖੋ ਮਹਾਰਾਜ ਕਹਿੰਦੇ ਜਿਹੜੇ ਸਲਾਉਂਦੇ ਆ ਉਹਦੇ ਰੰਗ ਚ ਰੱਤੇ ਗਏ, ਉਸ ਦੀ ਜੇ ਸੰਗਤ, ਉਸ ਦੀ ਜੇ ਸੋਹਬਤ ਨਸੀਬ ਹੋ ਜਾਏ, ਰਸ ਲੈ ਤਤ ਵਿਲੋਏ। ਉਹਦੀ ਸੰਗਤ ਵਿੱਚ ਇੱਕ ਤਾਂ ਨਾਮ ਦਾ ਰਸ, ਦੂਜਾ ਤਤ ਦਾ ਅਰਥ ਆਪਾਂ ਸਾਰੇ ਜਾਣਨੇ ਕਾ, ਜਿਵੇਂ ਜੰਮੇ ਕੋਈ ਦਹੀਂ ਦਾ ਤਤ ਮੱਖਣ ਖਾਏ, ਜਿਵੇਂ ਤਿਲਾਂ ਦਾ ਤਤ ਜਿਹੜਾ ਸੀ ਤਿਲ ਕਹਿ ਦਿੰਨੇ ਖਾਂ। ਕਹਿੰਦੇ ਨੇ ਜਿਹੜਾ ਉਹਨਾਂ ਦੀ ਸੰਗਤ ਕਰਦਾ, ਜਿਹੜੇ ਰੱਤੇ ਨੇ, ਇੱਕ ਤੇ ਨਾਮ ਰਸ ਵੀ ਜੁੜ ਜਾਂਦਾ ਹੈ, ਦੂਜਾ ਆਪਣੇ ਅੰਤਰ ਆਤਮੇ ਰਿੜ ਕੇ ਉਹਨੂੰ ਤਤ ਪਰਮਾਤਮਾ ਨਾਲ ਉਹਦੀ ਸਾਂਝ ਬਣ ਜਾਂਦੀ ਹੈ, ਉਹ ਤਤ ਨੂੰ ਗ੍ਰਹਿਣ ਕਰਦਾ ਹੈ। ਪਤ ਪਰਵਾਨਾ ਸਾਚ ਕਾ ਪਿਆਰੇ। ਮਹਾਰਾਜ ਆਪ ਜੀ ਨੇ ਇਹ ਕਿਹਾ ਆਰੰਭ ਵਿੱਚ ਵੀ ਉਹਦੀ ਰੱਬ ਦੀ ਦਰਗਾਹ ਵਿੱਚ ਕੋਨੂੰ ਕੋਈ ਰੋਕ ਨਹੀਂ ਸਕਦਾ। ਸਤਿਗੁਰੂ ਨੇ, ਜਿਹੜਾ ਸਤਿਗੁਰੂ ਨੂੰ ਗਾਉਂਦਾ ਹੈ ਤੇ ਉਹਦੇ ਕੋਲ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਉਹਦੇ ਕੋਲ ਪਰਮਾਤਮਾ ਦੀ, ਖਸਮ ਵਾਹਿਗੁਰੂ ਦੀ ਸਿਫਤ ਸਲਾਹ ਇੱਜ਼ਤ ਦਾ ਪਰਵਾਨਾ ਹੁੰਦਾ ਹੈ। ਪਰਵਾਨਾ ਦਾ ਅਰਥ ਕਰਾਂਗੇ ਰਾਹਦਾਰੀ, ਚਿੱਠੀ। ਕਹਿੰਦੇ ਜਿਹੜਾ ਆ ਸਿਮਰਨ ਭਜਨ ਨਾਮ ਹੈ, ਇਹ ਪਰਮੇਸ਼ਵਰ ਦੇ ਘਰ ਦੀ ਰਾਹਦਾਰੀ ਹੈ। ਜਿਵੇਂ ਮੰਨ ਲਓ ਅੱਜ ਕੱਲ ਹੀ ਉਦਾਹਰਨ ਲਈਏ, ਪਹਿਲਾਂ ਸੀ ਕੋਈ ਦਿਨ ਕਿ ਜਿਹਦੇ ਕੋਲ ਪਾਸ ਹੈ ਉਹਨੂੰ ਕੋਈ ਨਹੀਂ ਰੋਕਦਾ, ਤੁਰਿਆ ਹੁੰਦਾ ਨਾ, ਉਹ ਅਗਲਾ ਨਾਲ ਹੀ ਦਿਖਾਉਂਦਾ ਜੀ ਪਾਸ ਹੈ ਮੇਰੇ ਕੋਲ। ਤੇ ਗੁਰੂ ਨਾਨਕ ਸਾਹਿਬ ਕਹਿੰਦਾ ਜਿਹੜਾ ਸਿਫਤ ਸਲਾਹ ਹੈ ਇਹ ਪਰਮਾਤਮਾ ਦੀ ਦਰਗਾਹ ਦਾ ਪਾਸ ਜੇ, ਕੋਈ ਮਾਈ ਕਾ ਲਾਲ ਜਿਹਦੇ ਕੋਲ ਸਿਫਤ ਉਹਨੂੰ ਰੋਕ ਨਹੀਂ ਸਕਦਾ। ਇਹ ਇੱਜ਼ਤ ਦਾ ਪਰਵਾਨਾ ਹੈ। ਤੇ ਇਹਦੇ ਉੱਤੇ ਸਟੈਂਪ ਪਤਾ ਕਿਹਦੀ ਲੱਗੀ ਹੈ? ਅੱਗੇ ਮਹਾਰਾਜ ਉਸ ਮੋਹਰ ਦਾ ਜ਼ਿਕਰ ਕਰਦੇ ਹਨ, ਨਾਮ ਸੱਚਾ ਨਿਸ਼ਾਨ। ਪਰਮਾਤਮਾ ਦੇ ਸੱਚੇ ਨਾਮ ਦੀ ਸਟੈਂਪ ਲੱਗੀ ਹੈ। ਫਿਰ ਬੇਨਤੀ, ਮੰਨ ਲਓ ਕਾਗਜ਼ ਹੋਵੇ, ਜੇ ਜਿਹੜਾ ਬੰਦਾ ਰਾਹਦਾਰੀ ਦਿੰਦਾ, ਪਾਸ ਦਿੰਦਾ, ਉਹਦੇ ਸਿਗਨੇਚਰ ਹੀ ਨਹੀਂ, ਸਟੈਂਪ ਹੀ ਨਹੀਂ, ਜੋ ਗਵਰਨਮੈਂਟ ਨੇ ਬਣਾਇਆ ਹੋਵੇ, ਤੇ ਜਾਲੀ ਹੋਵੇ, ਬੰਦਾ ਫਸ ਜਾਂਦਾ। ਮਹਾਰਾਜ ਕਹਿੰਦੇ ਨੇ ਇੱਜ਼ਤ ਦੀ ਰਾਹਦਾਰੀ ਹੈ ਪਰਮਾਤਮਾ ਦੀ, ਤੇ ਉੱਥੇ ਜਿਹੜੀ ਮੋਹਰ ਲੱਗੀ ਹੈ ਸਤਨਾਮ ਵਾਹਿਗੁਰੂ ਦੀ ਲੱਗੀ ਹੈ। ਇਸ ਮੋਹਰ ਨੂੰ, ਇਸ ਪਰਵਾਨੇ ਨੂੰ ਕੋਈ ਨਹੀਂ ਰੋਕਦਾ। ਆਇਆ ਲਿਖ ਲੈ ਜਾਵਣਾ ਪਿਆਰੇ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੀ ਖੇਡ ਹੈ, ਜੋ ਆਇਆ ਹੈ ਉਹਨੇ ਕਰਮ ਕਰਕੇ ਤੋਂ ਲਿਖ ਕੇ ਲੈ ਜਾਣਾ ਹੈ। ਹੁਕਮੀ ਹੁਕਮ ਪਛਾਣ। ਫਿਰ ਉਹ ਜਿਹੜਾ ਜਾਂਦਾ ਹੈ ਉਹ ਹੁਕਮੀ, ਜਿਹਦਾ ਹੁਕਮ ਵਰਦਾ ਹੈ, ਹੁਕਮੀ ਦੇ ਹੁਕਮ ਨੂੰ ਪਹਿਚਾਨ ਲੈਂਦਾ ਹੈ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ। ਪਰ ਸਤਿਗੁਰੂ ਤੋਂ ਬਿਨਾ ਰੱਬੀ ਹੁਕਮ ਦੀ ਸਮਝ ਨਹੀਂ ਪੈਂਦੀ। ਫਿਰ ਸਤਿਗੁਰੂ ਆ ਗਏ। ਸਤਿਗੁਰੂ ਤੋਂ ਬਿਨਾ ਕੰਡਾ ਨਹੀਂ, ਸਤਿਗੁਰੂ ਤੋਂ ਬਿਨਾ ਨਾਮ ਨਹੀਂ, ਤੇ ਸਤਿਗੁਰੂ ਤੋਂ ਬਿਨਾ ਉਸ ਹੁਕਮੀ ਦਾ ਹੁਕਮ ਨਹੀਂ ਪਹਿਚਾਣਿਆ ਜਾਂਦਾ। ਸਾਚੇ ਸਾਚਾ ਤਾਣ। ਉਸ ਸੱਚੇ ਪਰਮਾਤਮਾ ਦਾ ਸੱਚਾ ਤਾਣ, ਸੱਚੀ ਸ਼ਕਤੀ ਹੈ। ਹੁਕਮੈ ਅੰਦਰ ਨਿਮਿਆ ਪਿਆਰੇ। ਹੁਣ ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ, ਨਿਮਿਆ ਦਾ ਅਰਥ ਹੁੰਦਾ ਵੈਸੇ ਟਿਕਣਾ। ਇਹਦਾ ਮਤਲਬ ਅਰਥ ਇਹ ਕਰਾਂਗੇ, ਜਦੋਂ ਮੇਲ ਫੀਮੇਲ, ਮਾਤਾ ਪਿਤਾ ਦਾ ਜਦੋਂ ਸਮੇਲ ਹੁੰਦਾ ਹੈ, ਮਿਲਾਪ ਹੁੰਦਾ ਹੈ, ਤੇ ਉਹਦੇ ਵਿੱਚ ਨਿੱਕਾ ਜਿਹਾ ਜਿਹੜਾ ਉਹ ਸੈੱਲ ਹੈ ਉਹ ਅੰਦਰ ਟਿਕਦਾ ਹੈ, ਉਹਨੂੰ ਨਿਮਿਆ ਕਿਹਾ ਜਾਂਦਾ ਹੈ, ਅਸਥਾਪਨ ਹੋਣਾ। ਉਹਦੇ ਹੁਕਮ ਦੇ ਵਿੱਚ ਉਹ ਜਿਹੜਾ ਹੈ ਜੀਵ, ਉਹਦੇ ਸਰੀਰ ਦੀ ਬਣਤਰ ਲਈ ਪਹਿਲਾਂ ਉਹ ਨਿਮਿਆ ਹੈ। ਹੁਕਮੈ ਉਦਰ ਮਝਾਰ। ਉੱਥੇ ਟਿਕਣ ਤੋਂ ਬਾਅਦ ਮਾਤਾ ਦੇ ਉਦਰ ਵਿੱਚ, ਉਸ ਮਝਾਰ ਦੇ ਵਿੱਚ ਇਹਦੀ ਬਣਤਰ ਬਣ ਲੱਗੀ ਹੈ। ਹੁਕਮੈ ਅੰਦਰ ਜੰਮਿਆ ਪਿਆਰੇ। ਫਿਰ ਉਹਦੇ ਹੁਕਮ ਦੇ ਵਿੱਚ ਹੀ ਸਰੀਰ ਬਣਦਾ, ਉਹਦੇ ਹੁਕਮ 'ਚ ਜਨਮ ਹੁੰਦਾ ਹੈ। ਉਦੋ ਸਿਰ ਕੈ ਭਾਰ। ਉਹਦੇ ਹੁਕਮ ਦੇ ਵਿੱਚ ਹੀ ਜੀਵ ਜਿਹੜਾ ਹੈ ਸਿਰ ਪਰ ਨੇ, ਪੈਰ ਉੱਤੇ ਨੇ, ਸਿਰ ਥੱਲੇ ਹੈ। ਮਾਤਾ ਦੇ ਉਦਰ ਵਿੱਚ ਉਹਦੇ ਹੁਕਮ ਨਾਲ ਟਿਕਿਆ ਹੈ। ਗੁਰਮੁਖ ਦਰਗਹ ਜਾਣੀਐ ਪਿਆਰੇ। ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਪਿਆਰੇ ਨੇ,
ਪ੍ਰਭੂ ਦੀ ਦਰਗਾਹ ਵਿੱਚੋਂ ਜਾਣੇ ਜਾਂਦੇ ਹਨ। ਚੱਲੈ ਕਾਰਜ ਸਾਰ। ਉਹ ਆਪਣੀ ਜ਼ਿੰਦਗੀ ਦਾ ਜਿਹੜਾ ਕਾਰਜ ਹੈ, ਮਨੋਰਥ ਹੈ, ਇਹਨੂੰ ਸਫਲ ਕਰਕੇ ਚੱਲੇ ਹਨ। ਹੁਕਮੈ ਅੰਦਰ ਆਇਆ ਪਿਆਰੇ। ਉਹਦੇ ਹੁਕਮ ਦੇ ਵਿੱਚ ਜੀਵ ਆਇਆ ਹੈ। ਹੁਕਮੇ ਜਾਦੂ ਜਾਏ। ਹੁਕਮ ਦੇ ਵਿੱਚ ਹੀ ਸੰਸਾਰ ਤੋਂ ਇਹ ਜੀਵ ਕੂਚ ਕਰਦਾ ਹੈ। ਹੁਕਮੇ ਬੰਨ ਚਲਾਈਐ ਪਿਆਰੇ। ਜਿਹੜਾ ਹਉਮੈ ਵਿੱਚ ਆ ਕੇ ਕਹਿੰਦਾ ਮੈਨੂੰ ਕੋਈ ਨਹੀਂ ਪੁੱਛਣ ਵਾਲਾ, ਮਹਾਰਾਜ ਕਹਿੰਦੇ ਜਦੋਂ ਉਹਦਾ ਹੁਕਮ ਵਰਤਦਾ ਉਹ ਬੰਨ ਕੇ ਆਪਣੇ ਅੱਗੇ ਲਾ ਲੈਂਦਾ। ਜੋ ਅਸਮਾਨ ਨਾ ਮਾਮਨੀ ਤੇ ਨਕ ਨੱਥਾਂ ਪਾਏ, ਉਹ ਆਪਣੇ ਹੁਕਮ ਚ ਉਹਨਾਂ ਨੂੰ ਅੱਗੇ ਬੰਨ ਲੈਂਦਾ ਹੈ। ਮਨ ਮੁਖ ਲਹਿ ਸਜਾਏ। ਪਰ ਇਹ ਮਨਮੁਖ ਬੰਦੇ ਨੇ ਜਿਹੜੇ ਬੰਨ ਕੇ ਚਲਾਏ ਜਾਂਦੇ ਨੇ, ਸਜ਼ਾ ਪਾਉਂਦੇ ਹਨ। ਹੁਕਮੇ ਸ਼ਬਦ ਪਛਾਣੀਐ ਪਿਆਰੇ। ਉਹਦੇ ਹੁਕਮ ਦੇ ਵਿੱਚ ਹੀ ਸ਼ਬਦ ਦੀ ਪਹਿਚਾਣ ਕੀਤੀ ਜਾਂਦੀ ਹੈ। ਦਰਗਹ ਪੈਦਾ ਜਾਏ। ਪਰ ਜਿਹੜੇ ਗੁਰਮੁਖ ਨੇ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਾਲ, ਸਰੋਪੇ ਨਾਲ, ਮਾਨ ਨਾਲ ਜਾਂਦੇ ਹਨ। ਹੁਕਮੇ ਗਣਤ ਗਣਾਈਐ ਪਿਆਰੇ। ਉਹਦੇ ਹੁਕਮ ਦੇ ਵਿੱਚ ਹੀ ਜੀਵ ਆਪਣੇ ਚੰਗੇ ਮੰਦੇ ਕੰਮਾਂ ਦੀ ਗਿਣਤੀ ਮਿੰਤੀ ਕਰਦਾ ਰਹਿੰਦਾ। ਇੰਨਾ ਕੁ ਦਾਨ ਕੀਤਾ, ਇੰਨਾ ਕੁ ਸਿਮਰਨ ਕੀਤਾ, ਇੰਨਾ ਕੁ ਪਾਪ ਕੀਤਾ। ਮਹਾਰਾਜ ਕਹਿੰਦੇ ਆ ਇਹ ਵੀ ਹੁਕਮ ਦਾ ਹੀ ਵਰਤਾਰਾ ਹੈ, ਜਿਹੜੀ ਗਿਣਤੀ ਮਿੰਤੀ ਵਿੱਚ ਪਿਆ ਹੈ। ਹੁਕਮੇ ਹਉਮੈ ਦੋਏ। ਤੇ ਉਹਦੇ ਹੁਕਮ ਦੇ ਵਿੱਚ ਹਉਮੈ ਦਾ ਜਨਮ ਹੋਇਆ ਹੈ। ਮਹਾਰਾਜ ਕਹਿੰਦੇ ਨੇ ਉਹਦੇ ਹੁਕਮ ਦੇ ਵਿੱਚ ਹੀ ਦਵੈਸ਼ ਪੈਦਾ ਹੋਗੀ। ਦੋਏ ਦਾ ਅਰਥ ਹੈ ਦਵੈਸ਼, ਦੁਬਦਾ। ਇਹ ਵੀ ਹੁਕਮ ਵਿੱਚ ਹੈ। ਹੁਕਮੇ ਭਵੈ ਭਵਾਈਐ ਪਿਆਰੇ। ਇਹ ਪਿਆਰੇ, ਉਹਦੇ ਹੁਕਮ ਦੇ ਵਿੱਚ ਹੀ ਜੀਵ ਜਿਹੜਾ ਵਾਰ-ਵਾਰ ਜੂਨਾਂ ਵਿੱਚ ਭਟਕਦਾ ਹੈ। ਅਵਗੁਣ ਮੁਠੀ ਰੋਏ। ਤੇ ਔਗਣਾ ਦੇ ਵਿੱਚ ਠੱਗੀ ਹੋਈ ਲੋਕਾਈ ਹੁਣ ਰੋਂਦੀ ਹੈ। ਔਗਣ ਇਹਨੂੰ ਠੱਗ ਕੇ ਲੈ ਗਏ ਹਨ। ਹੁਕਮ ਸਿਆਪੈ ਸਾਹ ਕਾ ਪਿਆਰੇ। ਜਿਹਨੇ ਹੁਕਮ ਸ਼ਾਹ ਦੇ ਹੁਕਮ ਨੂੰ ਸੰਝਾਨ ਲਿਆ ਹੈ, ਸੱਚ ਮਿਲੈ ਵਡਿਆਈ ਹੋਏ। ਉਹਨੂੰ ਸੱਚੇ ਪਰਮਾਤਮਾ ਦਾ ਮਿਲਾਪ ਹੁੰਦਾ ਹੈ, ਪ੍ਰਭੂ ਦੇ ਘਰ ਚ ਵਡਿਆਈ ਪਾਉਂਦਾ ਹੈ। ਆਖਣ ਔਖਾ ਆਖੀਐ ਪਿਆਰੇ। ਪਿਆਰਿਓ, ਨਾਮ ਦੀ ਗੱਲ ਕਰ ਦੇਣੀ, ਜਪ ਲਓ, ਸਿਮਰ ਲਓ। ਕਹਿੰਦੇ ਨੇ ਆਖਣਾ ਬਹੁਤ ਔਖਾ ਹੈ। ਆਖਣ ਔਖਾ ਸਾਚਾ ਨਾਮ। ਪਿਆਰਿਓ, ਉਹਦਾ ਨਾਮ ਆਖਣਾ ਬਹੁਤ ਔਖਾ ਹੈ। ਕਿਉ ਸੁਣੀਐ ਸਚ ਨਾਉ। ਕਿਵੇਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਸੁਣੀਏ। ਜਿਨੀ ਸੋ ਸਲਾਹਿਆ ਪਿਆਰੇ। ਜਿਨ੍ਹਾਂ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕੀਤੀ ਹੈ। ਹਉ ਤਿਨ ਬਲਿਹਾਰੈ ਜਾਉ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਨਾਉ ਮਿਲੈ ਸੰਤੋਖੀਆਂ ਪਿਆਰੇ। ਹਜ਼ੂਰ ਕਹਿੰਦੇ ਨੇ ਜੇ ਨਾਮ ਮਿਲ ਜਾਏ ਤੇ ਅੰਦਰੋਂ ਮੈਂ ਰੱਜ ਜਾ। ਨਾਮ ਅੰਦਰ ਨੂੰ ਤ੍ਰਿਪਤ ਕਰਦਾ ਹੈ। ਨਦਰੀ ਮੇਲ ਮਿਲਾਉ। ਉਸ ਦੀ ਨਦਰ ਹੋ ਜਾਏ ਤੇ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਮਿਲ ਜਾਈਏ। ਕਾਇਆ ਕਾਗਦ ਜੇਥੀਐ ਪਿਆਰੇ। ਹਜ਼ੂਰ ਕਹਿੰਦੇ ਨੇ ਆਪਣੀ ਇਸ ਕਾਇਆ ਨੂੰ ਕਾਗਜ਼ ਬਣਾ ਲਈਏ। ਜਿਵੇਂ ਆਪਣੇ ਆ ਕਾਪੀ ਹੁੰਦੀ ਹੈ, ਇਸ ਤਰ੍ਹਾਂ ਕਾਇਆ ਕਾਗਜ਼ ਬਣ ਜਾਏ। ਮਨ ਮਸਵਾਣੀ ਧਾਰ। ਇਹਦੇ ਉੱਤੇ ਲਿਖਣ ਵਾਸਤੇ ਮਨ ਨੂੰ ਸ਼ਾਹੀ ਦੀ ਦਵਾਤ ਬਣਾ ਲਈਏ। ਲਲਤਾ ਲਿਖਣ ਸੱਚ ਕੀ ਪਿਆਰੇ। ਤੇ ਆ ਜਿਹੜੀ ਸਾਡੀ ਲਲਤਾ ਜ਼ਬਾਨ ਹੈ, ਇਹਨੂੰ ਕਲਮ ਬਣਾ ਲਈ। ਕਹਿਣ ਤੋਂ ਮੁਰਾਦ ਮਨ ਕਾਗਜ਼ ਹੋਵੇ, ਵਾਹਿਗੁਰੂ ਸ਼ਰੀਰ ਕਾਗਜ਼ ਹੋਵੇ, ਮਨ ਸ਼ਾਹੀ ਦੀ ਦਵਾਤ ਹੋਵੇ ਤੇ ਜ਼ਬਾਨ ਬਣ ਜਾਏ ਕਲਮ। ਜਿਵੇਂ ਕਲਮ ਲਿਖਦੀ ਏ, ਮਨ ਨੂੰ ਟਿਕਾ ਲੈ, ਇਹ ਦਵਾਤ ਦਾ ਕੰਮ ਲੈ। ਇਸ ਕਾਇਆ ਤੋਂ ਕਾਗਜ਼ ਦਾ ਕੰਮ ਲੈ ਤੇ ਇਸ ਜ਼ਬਾਨ ਦੀ ਕਲਮ ਦੇ ਨਾਲ ਇਸ ਕਾਇਆ ਦੇ ਕਾਗਜ਼ ਤੇ ਸਤਨਾਮ ਵਾਹਿਗੁਰੂ ਲਿਖ ਦੇ। ਸਾਰੇ ਸਰੀਰ ਨੂੰ ਨਾਮ ਨਾਲ ਭਰਪੂਰ ਕਰ ਦੇ। ਹਰ ਗੁਣ ਲਿਖੋ ਵਿਚਾਰ। ਹਰੀ ਦੇ ਗੁਣ ਲਿਖ, ਪ੍ਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਲਿਖ। ਧਨ ਲਿਖਾਰੀ ਨਾਨਕਾ ਪਿਆਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਨ ਲਿਖਾਰੀ ਨੇ। ਪਿਆਰਿਓ, ਕੋਈ ਕਾਗਜ਼ਾਂ ਤੇ ਲਿਖਦਾ ਹੈ, ਕੋਈ ਕਿਸੇ ਹੋਰ ਧਨ ਨਾਲ ਲਿਖਦਾ ਹੈ। ਜਿਨਨੇ ਆਪਣੀ ਕਾਇਆ ਨੂੰ ਕਾਗਜ਼ ਬਣਾਇਆ, ਮਨ ਦੀ ਸ਼ਾਹੀ ਬਣਾਈ ਤੇ ਜ਼ਬਾਨ ਦੀ ਕਲਮ ਬਣਾ ਕੇ ਆਪਣੀ ਕਾਇਆ ਤੇ ਵਾਹਿਗੁਰੂ ਜੀ ਦਾ ਨਾਮ ਲਿਖਿਆ ਹੈ,
ਉਹ ਲਿਖਾਰੀ ਧੰਤਾ ਜੋਗ ਹੈ। ਸਾਚ ਲਿਖੈ ਉਰ ਧਾਰ, ਉਹਨੇ ਸੱਚ ਨੂੰ ਆਪਣੇ ਹਿਰਦੇ ਵਿੱਚ ਲਿਖ ਲਿਆ, ਧਾਰਨ ਕਰ ਲਿਆ ਹੈ। ਇਹ ਸਾਰੀ ਅਸ਼ਟਪਦੀ ਦਾ ਮਤਲਬ ਇਹ ਹੀ ਹੈ ਕਿ ਸਤਿਗੁਰੂ ਦੇ ਗੀਤ ਗਾ ਮਨਾ, ਸਤਿਗੁਰੂ ਦੇ ਬਚਨ ਮੰਨ, ਇਹ ਤੈਨੂੰ ਕਿਨਾਰੇ ਲਾਏਗਾ। ਇਹਦੇ ਤੋਂ ਬਿਨਾ ਕਿਸੇ ਨੇ ਕੰਢੇ ਨਹੀਂ ਲਾਣਾ। ਸੱਚੇ ਗੁਰਮਖੋ, ਨਾ ਇੱਥੇ ਤੇ ਨਾ ਉੱਥੇ। ਅੱਜ ਅਸੀਂ ਦੇਖ ਰਹੇ ਹਾਂ ਨਾ, ਚਲੋ ਇਹ ਤਰਕ ਕਰਨੇ ਫਲਾਣਾ, ਅੱਜ ਫਲਾਣੇ ਦਾ ਕੀ ਨਹੀਂ ਪਿਆਰਿਓ, ਅੱਜ ਸਾਰੀ ਮਾਨਵਤਾ ਹੱਥ ਖੜੇ ਕਰਕੇ ਕਹਿ ਰਹੀ ਹੈ ਪਰਮੇਸ਼ਵਰ ਤੂੰ ਹੀ ਕਿਰਪਾ ਕਰ। ਇਹਦਾ ਮਤਲਬ ਹੋ ਗਿਆ ਇੱਥੇ ਵੀ ਦਿਖਾ ਦਿੱਤਾ ਉਹਨੇ ਸਭ ਕੁਝ ਵੀ ਨਹੀਂ। ਤੇ ਮਹਾਰਾਜ ਕਹਿੰਦੇ ਆ ਮੇਰਾ ਸਤਿਗੁਰੂ ਐਸਾ ਹੈ ਜਿਹੜਾ ਦੋਵੇਂ ਥਾਂਵ ਰੱਖੇ ਗੁਰ ਸੂਰੇ। ਸਤਿਗੁਰ ਸਿੱਖਾ ਖਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੇਰੇ ਤੋਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਹੋਈਆਂ। ਸਨਮਾਨਯੋਗ ਸਿੰਘ ਸਾਹਿਬ ਜੀ ਨੇ ਤੇ ਕਿਹਾ ਸੀ ਜਿਤਨੇ ਦਿਨ ਮਰਜ਼ੀ ਆ ਕੇ ਵਿਚਾਰ ਕਰੋ, ਪਰ ਮੈਂ 3 ਦਿਨ ਦੀ ਹਾਜ਼ਰੀ 2 ਦਿਨ ਹੋਰ ਆਪ ਸੰਗਤ ਦੀ ਸੇਵਾ ਕਰਾਂਗਾ। ਆਓ ਭਾਈ ਸਾਹਿਬ ਜੀ ਹੋਰਾਂ ਤੋਂ ਹਜ਼ੂਰ ਦੇ ਸ਼ਬਦ ਦੇ ਅੰਤਲੀਆਂ ਪੰਕਤੀਆਂ ਸਰਵਣ ਕਰੋ ਜੀ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तेग बहादुर सिमरिए, कर नौ निद आवे ताए।